ਕਿ ਰੱਬ ਦੀ ਰਜ਼ਾ ਬਾਝੋਂ ਕੁਝ ਹੋ ਨਹੀਂ ਸਕਦਾ ਤੇ ਮੱਥੇ ਦੀਆਂ ਲਿਖੀਆਂ ਕੋਈ ਖੋ ਨਹੀਂ ਸਕਦਾ। ਜੇ ਸੱਜਣਾ ਦਾ ਪਿਆਰ ਹਕੀਕੀ ਹੈ ਤਾਂ ਮਹਿਰਮ ਨੂੰ ਕੋਈ ਵੀ ਮੋਹ ਨਹੀਂ ਸਕਦਾ। ਜੋ ਮਿਹਨਤਾਂ ਨੂੰ ਜਾਣਦਾ ਹੈ, ਜੋ ਠੋਕਰਾਂ ਨੂੰ ਪਹਿਚਾਣਦਾ ਹੈ, ਪ੍ਰੀਤ ਸਿਮਰ ਰਾਤਾਂ ਨੂੰ ਸੋ ਨਹੀਂ ਸਕਦਾ। ਰੱਬ ਦੀ ਰਜ਼ਾ ਬਾਝੋਂ ਕੁਝ ਹੋ ਨਹੀਂ ਸਕਦਾ ਤੇ ਮੱਥੇ ਦੀਆਂ ਲਿਖੀਆਂ ਕੋਈ ਖੋ ਨਹੀਂ ਸਕਦਾ। मेरी एक पोइट्री सरदार साहब ने स्टेज पे गाई हुई है, बोली हुई है लाइव शो के दौरान। कोई रीस करे पग दी ते कोई बांह ते ना लिखवावे, कोई रांझा बन के जी हाय गेड़ी पियू दी लावे। ओ उस्ताद बना लिया ए उसदी हर अदा ते मरदे, असी फैन सतिंदर दे जी खुद नू ओदे वर्गा कर दे। ਜ਼ਿੰਦਗੀ ਨੇ ਜ਼ਿੰਦਗੀ ਨੂੰ ਬਹੁਤ ਸੱਟਾਂ ਮਾਰੀਆਂ, ਸਿੱਖਿਆ ਅਨਮੋਲ ਦਿੱਤੀ ਗੁਰੂ ਬਣੀਆਂ ਸਾਰੀਆਂ। ਆ ਖੂਬਸੂਰਤ ਸਤਰਾਂ ਜਿਹੜੀਆਂ ਤੁਹਾਨੂੰ ਹੁਣੇ ਸੁਣਨ ਨੂੰ ਮਿਲੀਆਂ, ਉਹ ਪ੍ਰੀਤ ਸਿਮਰ ਜੀ ਦੀ ਲਿਖੀਆਂ ਹੋਈਆਂ ਸੀਗੀਆਂ। ਕਿਸ ਤਰੀਕੇ ਨਾਲ ਮੋਟੀਵੇਸ਼ਨਲ ਜਿਹੜੀ ਲਾਈਨਸ ਨੇ ਉਹ ਤੁਹਾਡੇ ਤੱਕ ਪਹੁੰਚੀਆਂ ਨੇ। ਉਹ ਇੱਥੇ ਲਗਾਉਂਦੇ ਨੇ ਮੋਹਾਲੀ ਦੇ ਵਿੱਚ ਚਾਂਪ ਦਾ ਸਟਾਲ ਲਗਾਉਂਦੇ ਨੇ। ਚਾਂਪ ਦੇ ਸਟਾਲ ਦੀ ਸ਼ੁਰੂਆਤ ਕਿਹੋ ਹੋਈ, ਕਿਸ ਤਰੀਕੇ ਨਾਲ ਇਸ ਚਾਂਪ ਦੇ ਸਟਾਲ ਨੂੰ ਲਗਾਇਆ ਗਿਆ। ਇੱਕ ਵਾਰੀ ਅਜਿਹਾ ਹੋਇਆ ਕਿ ਸਵੇਰੇ ਉੱਠ ਕੇ ਅੱਖ ਦੀ ਰੋਸ਼ਨੀ ਚਲੇ ਗਈ, ਬਹੁਤ ਵੱਡਾ ਪਹਾੜ ਟੁੱਟ ਕੇ ਡਿੱਗ ਗਿਆ, ਲੇਕਿਨ ਹਿੰਮਤ ਨਹੀਂ ਹਾਰੀ, ਹਿੰਮਤ ਦੇ ਹੌਸਲੇ ਬੁਲੰਦ ਰਹੇ। ਉਸ ਤੋਂ ਬਾਅਦ ਹਰ ਚੀਜ਼ ਦੀ ਲੜਾਈ ਨੂੰ ਲੜਦੇ ਹੋਏ ਅੱਜ ਇੱਥੇ ਖੜੇ ਨੇ। ਕੁਝ ਕਿਤਾਬਾਂ ਵੀ ਰਿਲੀਜ਼ ਕੀਤੀਆਂ ਜਿਹੜੀਆਂ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਆ ਰਹੀਆਂ ਨੇ। ਤੇ ਅੱਜ ਇੱਕ ਸਭ ਤੋਂ ਵੱਡੀ ਤੁਹਾਡੇ ਵਾਸਤੇ ਖਬਰ ਇਹ ਹੋਏਗੀ, ਉਹਨਾਂ ਦੀ ਜਿਹੜੀ ਤੀਜੀ ਕਿਤਾਬ ਹੈ ਉਹ ਸਾਡੇ ਇਸ ਪਲੇਟਫਾਰਮ ਤੇ ਰਿਲੀਜ਼ ਹੋਏਗੀ। ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਪ੍ਰੀਤ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਪ੍ਰੀਤ ਜੀ, ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਅਜਿਹਾ ਕੀ ਹੋਇਆ ਕਿ ਅਚਾਨਕ ਇੱਕ ਅੱਖ ਦੀ ਰੋਸ਼ਨੀ ਚਲੇ ਗਈ, ਉਹ ਸਫ਼ਰ ਕਿਹੋ ਜਿਹਾ ਸੀਗਾ, ਕਿੰਨੀਆਂ ਕੁ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਉਹਦੇ ਵਿੱਚ? ਦੇਖੋ ਜੀ, ਬੰਦੇ ਦੀ ਜ਼ਿੰਦਗੀ ਦਾ ਕੋਈ ਵੀ ਭਰੋਸਾ ਨਹੀਂ ਹੁੰਦਾ। ਮੈਂ ਸ਼ੁਰੂ ਤੋਂ ਕਹਿੰਦਾ ਹੁੰਦਾ ਕਿ ਵਕਤ ਕਦੇ ਇੱਕੋ ਜਿਹਾ ਨਹੀਂ ਰਹਿੰਦਾ, ਇਹ ਹਮੇਸ਼ਾ ਹੀ ਬਦਲਦਾ ਰਹਿੰਦਾ ਹੈ। ਜਦੋਂ ਵਕਤ ਚੰਗਾ ਹੁੰਦਾ ਹੈ ਇਨਸਾਨ ਮਾੜਾ ਹੋ ਜਾਂਦਾ, ਜਦੋਂ ਇਨਸਾਨ ਮਾੜਾ ਹੁੰਦਾ ਤਾਂ ਵਕਤ ਚੰਗਾ ਹੋ ਜਾਂਦਾ। ਇਹ ਕਦੇ ਇੱਕੋ ਜਿਹਾ ਨਹੀਂ ਰਹਿੰਦਾ, ਹਮੇਸ਼ਾ ਹੀ ਬਦਲਦਾ ਰਹਿੰਦਾ। ਅਤੇ ਜਦੋਂ ਸ਼ੁਰੂ ਤੋਂ ਸਟਰਗਲ ਦੇ ਵਿੱਚ ਰਹੇ ਹਾਂ, ਫਾਈਨੈਂਸ਼ੀਅਲੀ ਕੰਡੀਸ਼ਨਸ ਤੋਂ ਭਾਰ ਹਮੇਸ਼ਾ ਹੀ ਟੁੱਟਦਾ ਰਿਹਾ। ਬਹੁਤ ਸਾਰੇ ਚਾਅ ਸੁਪਨੇ ਦਿਲ ਦੇ ਵਿੱਚ ਮੰਗਾਂ ਹੁੰਦੀਆਂ ਸੀ, ਕੁਝ ਕਰਾਂਗੇ, ਕੁਝ ਵੱਖਰਾ ਕਰਾਂਗੇ, ਪਰ ਤੁਹਾਨੂੰ ਪਤਾ ਜਦੋਂ ਜੇਬ 'ਚ ਰੁਪਈਆ ਨਾ ਹੋਵੇ ਤਾਂ ਉਹ ਸਾਰਾ ਕੁਝ ਵੇਸਟ ਹੀ ਲੱਗਦਾ ਹੈ ਨਾ। ਅਤੇ ਮੈਂ ਸ਼ੁਰੂ ਤੋਂ ਹੀ ਜੀ, ਮੈਂ ਨਾ ਪਹਿਲਾਂ ਤਾਂ ਸਕੂਲਿੰਗ ਜਦੋਂ ਮੇਰੀ ਚੱਲ ਰਹੀ ਸੀਗੀ, ਸਕੂਲ ਦੇ ਵਿੱਚ ਮੈਂ ਦਿਨੇ ਸਕੂਲ ਜਾਂਦਾ ਸੀ, ਰਾਤ ਨੂੰ ਇੱਥੇ ਕਹਿ ਦਿੰਦੇ ਜਿਹੜੇ ਹੁੰਦੇ ਆ ਵਾਟਰ ਸਪਲਾਈ, ਉੱਥੇ ਰਾਤ ਨੂੰ ਜੋਬ ਕਰਦਾ ਸੀ। ਦਿਨੇ ਮੈਂ ਜੋਬ ਕਰ ਨਹੀਂ ਸਕਦਾ ਸੀ, ਮੇਰੀ ਉਮਰ ਉਦੋਂ 17 ਸਾਲ ਸੀ, ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਇਹਦੀ ਏਜ ਘੱਟ ਹੈ ਅਤੇ ਕੱਢ ਦਿੰਦੇ ਸੀ। ਮੈਂ ਮਹੀਨਾ ਕੁ ਲਾਇਆ ਉੱਥੇ ਹੈ ਨਾ, ਇੱਕ ਅੱਧੀ ਸੈਲਰੀ ਆਈ, ਅਤੇ ਬਾਅਦ 'ਚੋਂ ਇੱਕ ਦਿਨ ਜੇਈ ਰਾਤ ਨੂੰ ਆਇਆ, ਉਹਨੇ ਦੇਖਿਆ ਯਾਰ ਇਹਦੇ ਮੂੰਹ 'ਤੇ ਦਾੜੀ ਮੁੱਛਾਂ ਹੈ ਨਹੀਂ, ਮੁੰਡਾ ਕਾਫੀ ਘੱਟ ਉਮਰ ਦਾ ਲੱਗਦਾ, ਅਤੇ ਉਹਨਾਂ ਨੇ ਮੈਨੂੰ ਆਧਾਰ ਕਾਰਡ ਮੰਗਿਆ, ਮੈਂ ਦਿਖਾਇਆ, ਕਹਿੰਦੇ ਕੱਲ੍ਹ ਤੋਂ ਨਾ ਆਇਓ, ਮੈਨੂੰ ਕੱਢ ਦਿੱਤਾ ਗਿਆ। ਪ੍ਰੀਤ, ਜਿੱਥੇ ਗੱਲ ਕੀਤੀ ਜਾਵੇ ਜਿਹੜੀ 16-17 ਸਾਲ ਦੀ ਉਮਰ ਹੁੰਦੀ ਹੈ, ਉਹਦੇ ਵਿੱਚ ਜਿਹੜੇ ਲੜਕੇ ਹੁੰਦੇ ਨੇ, ਨੌਜਵਾਨ ਪੀੜ੍ਹੀ ਸਾਡੀ ਹੈ, ਗੇੜੀਆਂ ਮਾਰਨਾ ਪਸੰਦ ਕਰਦੀ ਹੈ, ਘੁੰਮਣਾ ਫਿਰਨਾ ਪਸੰਦ ਕਰਦੀ ਹੈ। ਕੀ ਚੀਜ਼ ਸੀਗੀ ਦਿਲ ਦੇ ਵਿੱਚ ਜਿਹੜੀ ਹਮੇਸ਼ਾ ਕਹਿੰਦੀ ਸੀਗੀ ਪ੍ਰੀਤ ਕੁਝ ਕਰ, ਕੰਮ ਕਰ, ਕੁਝ ਕਰ ਅਤੇ ਕੁਝ ਅੱਗੇ ਵੱਧ? ਮੈਂ ਨਾ ਜੀ ਤੁਹਾਨੂੰ ਦੱਸਣਾ ਚਾਹਾਂਗਾ, ਸ਼ੁਰੂ ਤੋਂ ਹੀ ਇਹ ਕੁਦਰਤ ਵੱਲੋਂ ਹੈ। ਮੈਂ ਜਿੱਥੇ ਵੀ ਰਹਿੰਦਾ, ਭਾਵੇਂ ਕਿਹੜੇ ਵੀ ਸ਼ਹਿਰਾਂ 'ਚ ਰਿਹਾ, ਅਤੇ ਹੁਣ ਮੋਹਾਲੀ ਦੇ ਵਿੱਚ ਕਾਫੀ ਚਿਰ ਤੋਂ ਰਹਿ ਰਹੇ ਹਾਂ, ਮੈਂ ਕਿਸੇ ਨੂੰ ਨਹੀਂ ਜਾਣਦਾ, ਮੈਂ ਕਿਸੇ ਨੂੰ ਨਹੀਂ ਬੁਲਾਉਂਦਾ। ਮਤਲਬ ਉਹਦੀ ਇਹ ਵਜ੍ਹਾ ਨਹੀਂ ਕਿ ਕੋਈ ਗਰੂਰ ਹੈ, ਮੈਂ ਇਕੱਲਾ ਰਹਿਣਾ ਬਹੁਤ ਪਸੰਦ ਕਰਦਾ। ਜੋ ਮੈਨੂੰ ਅੱਗੋਂ ਆ ਕੇ ਮਿਲਦਾ ਆਪਾਂ ਉਹਨੂੰ ਗਲਵੱਕੜੀ ਪਾਈਦੀ ਹੈ, ਪਰ ਇੱਦਾਂ ਗੇੜੀਆਂ ਲਾਉਣੀਆਂ, ਆਪਣਾ ਸਮਾਂ ਵੇਸਟ ਕਰਨਾ, ਉਹ ਮੈਨੂੰ ਸ਼ੁਰੂ ਤੋਂ ਪਸੰਦ ਨਹੀਂ ਹੈ। ਮੈਂ ਇਹੀ ਟਾਈਮ ਕਿਸੇ ਚੰਗੇ ਕੰਮ, ਯੂਟਿਊਬ 'ਤੇ ਵੀ ਕੁਝ ਸਿੱਖ ਲਈਏ ਜਾਂ ਕਿਤਾਬਾਂ ਪੜ੍ਹ ਲਈਏ ਜਾਂ ਕੁਝ ਇੱਦਾਂ ਦਾ ਚੀਜ਼ ਕੀਤੀ ਜੋ ਕੰਮ ਆਵੇ ਆਪਣੇ,
ਤੇ ਉਹ ਚੀਜ਼ਾਂ ਹੁਣ ਕੰਮ ਵੀ ਆ ਰਹੀਆਂ ਹੈ ਨਾ। ਤੇ ਮੈਂ ਸ਼ੁਰੂ ਤੋਂ ਇਹ ਟਾਈਮ ਵੇਸਟ ਵਾਲਾ, ਜਿਵੇਂ ਤੁਸੀਂ ਕਿਹਾ, ਬਿਲਕੁਲ ਹੀ ਇਹਦੇ ਖਿਲਾਫ ਰਿਹਾ ਜੀ। ਤੇ ਜਿਸ ਵਕਤ ਗੱਲ ਕਰੀਏ ਉਹ ਦੌਰ ਕਿਹੋ ਜਿਹਾ ਸੀਗਾ ਜਿਸ ਵਕਤ ਹਸਪਤਾਲਾਂ 'ਚ ਜਾਣਾ ਪੈ ਰਿਹਾ ਸੀਗਾ, ਕਦੀ ਕਿਸੇ ਹਸਪਤਾਲ ਦੇ ਵਿੱਚ ਤੇ ਕਦੀ ਕਿਸੇ ਹਸਪਤਾਲ ਦੇ ਵਿੱਚ? ਮੈਂ ਜੀ ਫਿਲਿਪਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵਿੱਚ ਲੱਗ ਗਿਆ। ਉੱਥੇ ਖਾਣਾ ਪੀਣਾ ਸਾਰਾ ਕੁਝ, ਸ਼ਿਫਟ ਲੱਗਦੀ ਸੀ, ਰਾਤ ਦੀ ਸ਼ਿਫਟਾਂ ਵੀ ਲਾਈਆਂ, ਦਿਨ ਦੀ ਵੀ। 2-3 ਸਾਲ ਕਿੱਦਾਂ ਲੰਘੇ ਸਾਨੂੰ ਨਹੀਂ ਪਤਾ। ਤੇ ਟਾਈਮ ਬੀਤਦਾ ਗਿਆ, ਸਮਾਂ ਲੰਘਦਾ ਗਿਆ। ਤੇ ਇਦਾਂ ਹੀ ਉੱਥੇ ਪਤਾ ਨਹੀਂ, ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਦੇ ਨਾ ਇਦਾਂ ਹੁੰਦਾ, ਥੋੜ੍ਹਾ ਚਿਰ ਕੰਮ ਕਰਾ ਕੇ ਬ੍ਰੇਕ ਪਾ ਦਿੰਦੇ ਆ। ਬ੍ਰੇਕ ਪਈ, ਮੈਂ ਕੁਝ ਫ੍ਰੀ ਸੀ ਘਰੇ, ਤੇ ਉਹਨਾਂ ਦਿਨਾਂ 'ਚ ਮੇਰੀ ਨਾ ਸਵੇਰੇ ਉੱਠਿਆ ਜਦੋਂ ਮੈਂ, ਇੱਕ ਅੱਖ ਤੋਂ ਮੈਨੂੰ ਦਿਖ ਨਹੀਂ ਰਿਹਾ ਸੀਗਾ। ਤੇ ਮੈਂ ਸੋਚਿਆ ਯਾਰ ਇਹ ਕੀ ਹੋ ਰਿਹਾ। ਸ਼ਾਇਦ ਮੈਂ ਸੋਚਿਆ ਕਿ ਕੁਝ ਬਲਰਿਸ਼ ਟਾਈਪ, ਕਿਉਂਕਿ ਸਪੈਕਸ ਮੈਨੂੰ ਲੱਗੀ ਹੋਈ ਸੀ ਸ਼ੁਰੂ ਤੋਂ, ਛੋਟਾ ਨੰਬਰ ਸੀ, 1.5 ਨੰਬਰ ਸੀ। ਪਰ ਇਹ ਦੇਖਣਾ ਬਿਲਕੁਲ ਬੰਦ ਹੋ ਜਾਣਾ, ਇਹ ਤਾਂ ਬਹੁਤ ਸਦਮਾ ਦਿੱਤਾ ਮੈਨੂੰ। ਮੈਂ ਇੱਕਦਮ ਕੰਬ ਗਿਆ ਤੇ ਮੈਂ ਘਰਦਿਆਂ ਨੂੰ ਦੱਸਿਆ ਕਿ ਮੈਨੂੰ ਦਿਖ ਨਹੀਂ ਰਿਹਾ। ਉਹ ਕਹਿੰਦੇ, ਉਹਨਾਂ ਨੇ ਪਾਠ ਪੂਟ ਕੀਤਾ, ਜਲ ਦੇ ਛਿੱਟੇ ਮਾਰੇ, ਪਰ ਉਹ ਕੁਛ ਵੀ ਵਰਕ ਨਹੀਂ ਕੀਤਾ ਹੈ ਨਾ। ਫਿਰ ਸਿੱਧਾ ਮੈਂ ਹਸਪੀਟਲ ਗਿਆ ਸੋਹਾਣਾ, ਉੱਥੇ ਚੈੱਕ ਕਰਾਇਆ। ਉਹਨਾਂ ਨੇ ਕੀ ਕਿਹਾ ਕਿ ਤੁਸੀਂ ਨਾ, ਤੁਹਾਡੀ ਕਮਜ਼ੋਰੀ ਹੈ, ਅੱਖ ਦੇ ਵਿੱਚ ਕੁਛ ਹੈ ਨਾ। ਤੇ ਉਹ ਵੀ ਟ੍ਰੀਟਮੈਂਟ ਲਗਾਤਾਰ ਅਸੀਂ ਕਰਵਾਇਆ। 2 ਮਹੀਨੇ ਉੱਥੇ ਮੇਰੇ ਵੇਸਟ ਹੋ ਗਏ, ਕੋਈ ਗੱਲ ਨਹੀਂ ਬਣੀ। ਤੇ ਉਹੀ ਗੱਲ ਹੋਈ ਜੀ, ਮੈਂ ਸਿੱਧਾ ਪਟਿਆਲੇ ਗਿਆ। ਉੱਥੇ ਇੱਕ ਬਹੁਤ ਵੱਡਾ ਹਸਪੀਟਲ ਹੈ, ਉੱਥੇ ਰੈਟੀਨਾ ਸਪੈਸ਼ਲਿਸਟ ਇੱਕ ਡਾਕਟਰ ਹੈਗੇ ਆ, ਉਹਨਾਂ ਨੂੰ ਮਿਲਿਆ ਜਾ ਕੇ। ਉਹਨਾਂ ਨੇ ਮੇਰਾ ਚੈੱਕਅਪ ਕੀਤਾ। ਉਹ ਕਹਿੰਦੇ ਕਿ ਤੁਹਾਡੀ ਆਈ ਦੇ ਵਿੱਚ ਹੋਲ ਹੋ ਚੁੱਕੇ ਆ, ਰੈਟੀਨਾ ਦੇ ਵਿੱਚ, ਇਹਨੂੰ ਅਸੀਂ ਭਰ ਦਾਂਗੇ, ਸਰਜਰੀ ਕਰਾਂਗੇ। ਤੇ ਲਾਈਟ ਪ੍ਰੋਪਰ ਬਣਦੀ ਹੈ ਨਹੀਂ ਬਣਦੀ, ਸਾਰਾ ਕੁਝ ਦਿਖਦਾ ਹੈ, ਉਹ ਰੱਬ ਦੇ ਉੱਤੇ ਹੈ। ਮੈਂ ਫਿਰ, ਤੁਹਾਨੂੰ ਪਤਾ ਹੁਣ ਅੱਖ ਤੋਂ ਬਿਨਾਂ ਕਹਿੰਦੇ ਹੁੰਦੇ ਕਿ ਦੰਦ ਗਏ ਤਾਂ ਸਵਾਦ ਗਿਆ, ਅੱਖ ਗਏ ਤਾਂ ਜਹਾਨ ਗਿਆ, ਹੈ ਨਾ। ਤੇ ਅੱਖਾਂ ਬਿਨਾਂ ਤਾਂ ਕੁਝ ਵੀ ਨਹੀਂ ਹੈ। ਮੇਰੇ ਸਾਰੇ ਸੁਪਨੇ, ਮੇਰੀ ਮਿਹਨਤ, ਮੈਂ ਆਪਣੀ ਫੈਮਿਲੀ ਨੂੰ ਕਿੱਦਾਂ ਧੱਕਾ ਲਾਉਂਦਾ, ਕੁਝ ਵੀ ਨਹੀਂ ਸੀ। ਮੈਂ ਫਿਰ ਸਰਜਰੀ ਕਰਵਾਈ ਜੀ ਉਦੋਂ। ਮੇਰੀ ਫੈਮਿਲੀ ਨੇ ਪਤਾ ਨਹੀਂ ਕਿੱਥੋਂ ਪੈਸਾ ਇਕੱਠਾ ਕੀਤਾ, ਕੀ ਕੀਤਾ, ਮੈਨੂੰ ਨਹੀਂ ਪਤਾ। ਫਿਰ ਜਿਨ੍ਹਾਂ ਨੇ ਵੀ ਹੈਲਪ ਕੀਤੀ, ਤੇ 4 ਘੰਟੇ ਮੈਨੂੰ ਸਰਜਰੀ 'ਚ ਲੱਗੇ। ਤੇ ਬਹੁਤ ਹੀ ਜ਼ਿਆਦਾ ਪੇਨਫੁਲ ਸੀ। ਜਦੋਂ ਲਿਟਾ ਕੇ ਉਹਨਾਂ ਨੇ ਅੱਖ ਨਾਲ ਖੇਡਿਆ, ਤੇ ਮੈਂ ਉਹ ਦਰਦ ਕਦੇ ਨਹੀਂ ਭੁੱਲ ਸਕਦਾ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਪ੍ਰੀਤ ਨੂੰ ਲੈ ਜਾਓ, ਹੁਣ ਜਦੋਂ ਉਹਨਾਂ ਨੇ ਕਿਹਾ ਕਿ ਪ੍ਰੀਤ ਨੂੰ ਘਰੇ ਲੈ ਜਾਓ, ਤੇ ਮੈਂ ਆਪਣੀ ਭੂਆ ਜੀ ਦੇ ਘਰ ਰੁਕਿਆ। ਉਹ ਪਟਿਆਲੇ ਰਹਿੰਦੇ ਸੀ, ਤੇ ਮੇਰੇ ਨਾਨਕੇ ਵੀ ਪਟਿਆਲੇ, ਤੇ ਕਦੇ ਉੱਧਰ ਨਾਨਕੇ, ਕਦੇ ਭੂਆ ਦੇ ਘਰ। ਤੇ ਮੈਂ ਭੂਆ ਦੇ ਘਰ ਰਾਤ, ਜਦੋਂ ਪਹਿਲੀ ਰਾਤ ਸੀ ਮੇਰੀ ਅੱਖ ਅੱਗੇ ਪੱਟੀ ਸੀ, ਉਹ ਰਾਤ ਨੂੰ ਖੁੱਲ੍ਹਣੀ ਸੀ। ਉਹ ਜਦੋਂ ਮੇਰੀ ਮਾਂ ਤੇ ਸਾਰੇ ਉਹ ਬੈਠੇ ਸੀਗੇ, ਉਹ ਪੱਟੀ ਖੋਲ੍ਹਣ ਦਾ ਟਾਈਮ ਆਇਆ, ਉਹ ਵੀ ਦੇਖਣਾ ਚਾਹੁੰਦੇ ਸੀ ਕਿ ਅੱਖ ਠੀਕ ਆ ਜਾਂ ਕਿੱਦਾਂ। ਤੇ ਉਹਨਾਂ ਨੇ ਕੀ ਕੀਤਾ ਜੀ, ਰਾਤ ਨੂੰ ਸਾਰੇ ਬਹਿ ਗਏ, ਤੇ ਫੁੱਫੜ ਜੀ ਨੇ ਕਿਹਾ ਕਿ ਇਹਦੀ ਅੱਖ ਚੱਕੋ। ਜਦੋਂ ਉਹਨਾਂ ਨੇ ਤਾਰਿਆ ਲੇਬਲ, ਕਹਿੰਦੇ ਕਿਹਨੂੰ ਦੇਖਣਾ ਚਾਹੇਗਾ ਸਭ ਤੋਂ ਪਹਿਲਾਂ? ਮੈਂ ਕਿਹਾ ਓਬਵੀਅਸਲੀ ਮੇਰੀ ਮਾਂ ਨੂੰ। ਤੇ ਉਹਨਾਂ ਨੇ ਪੱਟੀ ਤਾਰੀ, ਮੈਂ ਆਪਣੀ ਮਾਂ ਨੂੰ ਦੇਖ ਸਕਦਾ ਸੀ, ਪਰ ਉਹ ਬਲਰ ਸੀ, ਮਤਲਬ ਕਿ ਦਿਖਣ ਲੱਗ ਗਿਆ ਸੀ, ਮੈਨੂੰ ਰੋਸ਼ਨੀ ਵਾਪਸ ਆ ਗਈ ਸੀ, ਪਰ ਉਹ ਬਲਰਿਸ਼ ਸੀ। ਫਿਰ ਮੈਂ ਟ੍ਰੀਟਮੈਂਟ ਲੈਂਦਾ ਰਿਹਾ, ਹੌਲੀ ਹੌਲੀ ਟਾਈਮ ਲੰਘਦਾ ਰਿਹਾ। ਉਹ ਕਹਿੰਦੇ ਕਿ ਇਹ ਹੌਲੀ ਹੌਲੀ ਰਿਪੇਅਰ ਹੋਇਆ, ਤੇ ਜੇ ਚਾਹਿਆ ਤਾਂ 100% ਵੀ ਆ ਜਾਊਗੀ, ਨਹੀਂ ਰੱਬ ਨੇ ਚਾਹਿਆ ਤਾਂ ਨਹੀਂ ਵੀ ਆਊਗੀ, ਤੁਹਾਡੀ ਦਿਖ ਰਿਹਾ ਤੁਹਾਨੂੰ। ਤੇ ਹੋਲ ਭਰੇ ਗਏ ਸੀ। ਤੇ ਟਾਈਮ ਨਾਲ ਜੀ ਉਦੋਂ ਇੱਦਾਂ ਸੀ ਕਿ ਮੈਂ ਤੁਰ ਫਿਰ ਨਹੀਂ ਸਕਦਾ ਸੀ ਜ਼ਿਆਦਾ, ਕਿਉਂਕਿ ਸਿਰ ਦੇ ਨਾਲ ਅੱਖ ਦਾ ਕਨੈਕਸ਼ਨ ਹੁੰਦਾ, ਤੇ ਉਹ ਬਹੁਤ ਪੇਨ ਦਿੰਦਾ ਸੀਗਾ ਸਿਰ। ਮੈਂ ਇਹ ਪਾਗਲਾਂ ਵਾਂਗੂ ਬੈਠੇ ਰਹਿਣਾ, ਸੋਚ ਲਿਆ ਹੁਣ ਤਾਂ ਜ਼ਿੰਦਗੀ ਖਤਮ ਹੈ, ਹੁਣ ਆਪਾਂ ਮੌਤ ਦੇ ਖਿਆਲ ਆਉਣ ਲੱਗ ਗਏ, ਕਦੇ ਕੀ। ਬਹੁਤ ਬੁਰੇ ਹਾਲ ਸੀ ਜੀ ਉਹਨਾਂ ਦਿਨਾਂ ਵਿੱਚ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਪ੍ਰੀਤ ਸਿਮਰ ਜਿਹੜੇ ਨੇ ਉਹ ਲਿਖਦੇ ਵੀ ਨੇ, ਕੁਝ ਕਿਤਾਬਾਂ ਵੀ ਲਿਖੀਆਂ ਨੇ। ਉਹਦੇ ਵਿੱਚੋਂ ਇਹ ਹੈਗੀ ਆ ਤੇਰਾ ਅਹਿਸਾਸ, ਇਹ ਪਹਿਲੀ ਕਿਤਾਬ ਆ ਇਹਨਾਂ ਦੀ। ਇਸ ਬਾਰੇ ਵੀ ਗੱਲਬਾਤ ਕਰਾਂਗੇ ਕਿ ਪ੍ਰੀਤ, ਲਿਖਣ ਦਾ ਸ਼ੌਂਕ ਕਿਵੇਂ ਹੋਇਆ, ਕੀ ਸੋਚਦੇ ਹੋ ਜਿਸ ਵਕਤ ਲਿਖਦੇ ਹੋ? ਲਿਖਣ ਦਾ ਸਫ਼ਰ ਜੀ ਮੇਰਾ ਸਕੂਲਿੰਗ ਤੋਂ ਚੱਲ ਰਿਹਾ ਹੈ। ਉਦੋਂ ਤੋੜ ਮਰੋੜ ਕੇ ਲਿਖਦੇ ਹੁੰਦੇ ਸੀਗੇ, ਮਾੜਾ ਮੋਟਾ। ਤੇ ਉਸ ਤੋਂ ਬਾਅਦ ਕੀ ਹੋਇਆ ਜੀ, ਲਿਖਣ ਦਾ ਸਫ਼ਰ ਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਹੋਰ ਵੀ ਹੈ ਕਿ ਮਤਲਬ ਕਿ ਮੈਂ ਚਾਹੁੰਦਾ ਸੀ ਕਿ ਮੈਂ ਕੁਝ ਮੋਟੀਵੇਸ਼ਨ ਲਿਖਾਂ। ਮੈਂ ਕੁਛ ਇੱਦਾਂ ਦੀ ਚੀਜ਼ਾਂ, ਜਿਵੇਂ ਡੇਲੀ ਸਪੀਚ ਹੋ ਗਈ, ਥੋਟ ਆਫ ਦਾ ਡੇ ਹੋ ਗਿਆ, ਇੱਦਾਂ ਦੀ ਚੀਜ਼ਾਂ ਮੈਂ ਲਿਖਣੀਆਂ ਇੱਥੋਂ ਸ਼ੁਰੂਆਤ ਕੀਤੀ। ਲੋਕਾਂ ਨੂੰ ਪਸੰਦ ਆਉਂਦਾ ਸੀ, ਉਹ ਕਹਿੰਦੇ ਤੇ ਤੂੰ ਕਾਪੀ ਕਰਕੇ ਲਿਆਇਆ ਕਿੱਥੋਂ। ਉਹ ਮੰਨਦੇ ਨਹੀਂ ਸੀ ਕਿ ਤੂੰ ਲਿਖਿਆ, ਪਰ ਮੈਨੂੰ, ਮੇਰੇ ਦਿਲ ਦੀ ਆਤਮਾ ਨੂੰ ਪਤਾ ਸੀ ਕਿ ਮੈਨੂੰ ਪਤਾ ਸੀ ਮੈਂ ਲਿਖਿਆ। ਕਰਦੇ ਕਰਦੇ ਸਫ਼ਰ ਵੱਧਦਾ ਗਿਆ, ਟਾਈਮ ਲੰਘਦਾ ਗਿਆ ਜੀ, ਤੇ ਮੈਂ ਬਹੁਤ ਕੁਛ ਇੱਦਾਂ ਦਾ ਆਪਣੇ ਅੰਦਰ ਤਿਆਰ ਕਰ ਲਿਆ। ਕਾਫੀ ਡਾਟਾ ਹੋ ਗਿਆ ਸੀ ਮੇਰੇ ਕੋਲ। ਤੇ ਜਿਹੜੀਆਂ ਅੱਖ ਵਾਲੇ ਸਦਮੇ ਆ, ਇਹ ਸਾਰਾ ਕੁਛ, ਉਹਦੇ ਵਿੱਚ ਤਾਂ ਹੋਰ ਐਸੀਆਂ ਚੀਜ਼ਾਂ ਉੱਭਰ ਕੇ ਆ ਗਈਆਂ ਸੀ ਜੋ ਬਹੁਤ ਹੀ ਮੈਨੂੰ ਪਸੰਦ ਸੀ। ਉਹਨਾਂ ਦੇ ਸਹਾਰੇ ਮੈਂ ਜੀ ਰਿਹਾ ਸੀਗਾ। ਪ੍ਰੀਤ, ਇੱਕ ਚੀਜ਼ ਤੁਸੀਂ ਕਹੀ ਕਿ ਜਿਸ ਵਕਤ ਅੱਖ ਤੋਂ ਰਾਤੀ ਪੱਟੀ ਹਟਣ ਲੱਗੀ ਸੀ, ਤੁਸੀਂ ਇੱਕੋ ਗੱਲ ਕਹੀ ਕਿ ਮੈਂ ਆਪਣੀ ਮਾਂ ਨੂੰ ਦੇਖਣਾ ਚਾਹੁੰਦਾ ਆ। ਉਸ ਤੋਂ ਬਾਅਦ ਤੁਸੀਂ ਆਪਣੀ ਕਿਤਾਬ ਦੇ ਵਿੱਚ ਮਾਂ ਦੀ ਕਵਿਤਾ ਵੀ ਲਿਖੀ ਜੋ ਬਹੁਤ ਜ਼ਿਆਦਾ ਫੇਮਸ ਹੋ ਰਹੀ ਹੈ, ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਇੱਕ ਵਾਰ ਸੁਣਾ ਦਿਓ। ਦੇਖੋ, ਮੈਂ ਜਦੋਂ ਵੀ ਕਹਿੰਦਾ ਹੁੰਦਾ, ਮੇਰੀ ਕਵਿਤਾ ਦਾ ਨਾਮ ਹੈਗਾ ਪਹਿਲਾ ਪਿਆਰ।
ਜਿੱਥੋਂ ਵੀ ਕਦੇ ਜਾਈਦਾ, ਜਦੋਂ ਕਹੀਦਾ ਮੈਂ ਪਹਿਲਾ ਪਿਆਰ ਸੁਣਾਵਾਂਗਾ, ਉਹ ਕਹਿੰਦੇ ਕਿ ਯਾਰ ਇਹ ਵੀ ਮਸ਼ੂਕ ਦੀ ਗੱਲ ਕਰੂਗਾ। ਮੈਂ ਕਹਿੰਦਾ ਹੁੰਦਾ ਕਿ ਉਂਝ ਦੁਨੀਆ ਤੇ ਬਹੁਤ ਕੁਝ ਖਾਸ ਹੈ, ਪਰ ਉਸ ਦੀ ਗੋਦੀ ਦਾ ਇੱਕ ਵੱਖਰਾ ਹੀ ਅਹਿਸਾਸ ਹੈ। ਰੱਬ ਨਾਲੋਂ ਪਾਕ ਉਸ ਦਾ ਨਾਂ ਹੈ, ਪਰ ਮੇਰਾ ਪਹਿਲਾ ਪਿਆਰ ਮੇਰੀ ਮਾਂ ਹੈ। ਮੇਰਾ ਪਹਿਲਾ ਪਿਆਰ ਮੇਰੀ ਮਾਂ ਹੈ, ਚੀਸਾਂ ਲੈ ਕੇ ਮੇਰੀਆਂ ਉਹ ਅਸੀਸਾਂ ਦੇਵੇ, ਖੌਰੇ ਕਿੱਥੋਂ ਜੋੜ ਜੋੜ ਪੈਸੇ ਮੇਰੀਆਂ ਫੀਸਾਂ ਦੇਵੇ। ਮੌਤ ਲਈ ਬਥੇਰੇ ਰਾਹ, ਸੁਸਾਈਡ ਕਰਨ ਲਈ ਮੈਮ ਬਹੁਤ ਸਾਰੇ ਰਾਹ ਹੈ। ਮੌਤ ਲਈ ਬਥੇਰੇ ਰਾਹ, ਪਰ ਜਨਮ ਲਈ ਮਾਂ ਹੈ। ਜਿਹਨੇ ਦਿੱਤੇ ਸਾਹ, ਹਰ ਸਾਹ ਉਹਦੇ ਨਾਂ ਹੈ। ਪ੍ਰੀਤ ਸਿਮਰ ਮੇਰਾ ਉਹ ਬਣਿਆ ਖੁਦਾ ਹੈ। ਮੇਰਾ ਪਹਿਲਾ ਪਿਆਰ ਮੇਰੀ ਮਾਂ ਹੈ। ਮੇਰਾ ਪਹਿਲਾ ਪਿਆਰ ਮੇਰੀ ਮਾਂ ਹੈ। ਕਿਆ ਬਾਤ ਹੈ, ਕਿਆ ਬਾਤ ਹੈ ਪ੍ਰੀਤ। ਜੇਕਰ ਗੱਲ ਕੀਤੀ ਜਾਵੇ ਤੁਹਾਡੀ ਪਹਿਲੀ ਕਿਤਾਬ ਦੀ, ਤੇਰਾ ਅਹਿਸਾਸ ਦ ਅਨਟੋਲਡ ਪੋਇਟਰੀ, ਇਹ ਕਿਸ ਬਾਰੇ ਲਿਖੀ ਗਈ ਸੀ? ਦੇਖੋ ਜੀ, ਜਦ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਹਾਦਸਿਆਂ ਤੋਂ ਨਿਕਲ ਕੇ ਜਦ ਮੈਂ ਸਾਰਾ ਡਾਟਾ ਕਲੈਕਟ ਕਰ ਲਿਆ ਸੀ ਤੇ ਮੇਰੇ ਕੋਲ ਫਾਈਨੈਂਸ਼ੀਅਲੀ ਕੰਡੀਸ਼ਨ ਵੀਕ ਸੀ, ਮੈਂ ਕਰਨ ਨੂੰ ਇਹ ਕਿਤਾਬ ਇਕੱਲਾ ਵੀ ਕਰ ਸਕਦਾ ਸੀ। ਮੇਰਾ ਇੱਕ ਦੋਸਤ ਹੈ ਤਿੰਦਰਪਾਲ ਸਿੰਘ, ਉਹ ਮੋਗੇ ਰਹਿੰਦਾ ਤੇ ਉਹ ਵੀ ਮੇਰੇ ਨਾਲ ਫਿਲਿਪਸ 'ਚ ਮਿਲਿਆ ਮੈਨੂੰ। ਉਹ ਵੀ ਚੰਗਾ ਲਿਖਦਾ ਸੀ। ਉਹ ਕਹਿੰਦਾ ਆਪਾਂ ਐ ਰਿਸਕ ਕਾਹਨੂੰ ਲੈਣਾ ਨਵੇਂ ਪ੍ਰੋਜੈਕਟ ਨੂੰ, ਹੈ ਨਾ, ਆਪਾਂ ਅੱਧਾ ਅੱਧਾ ਕੰਟਰੀਬਿਊਟ ਕਰਕੇ ਉਤਰਦੇ ਹਾਂ ਮਾਰਕੀਟ 'ਚ। ਤੇ ਮੈਂ ਕਿਹਾ ਚੱਲ ਠੀਕ ਹੈ, ਇੱਦਾਂ ਠੀਕ ਹੈ। ਕੁਝ ਉਹਨਾਂ ਨੇ ਕੀਤਾ, ਕੁਝ ਮੈਂ ਕੀਤਾ ਸੀ, ਬੁੱਕ ਲਾਂਚ ਕਰਤੀ। ਤੁਹਾਨੂੰ ਪਤਾ ਹੈ ਉਦੋਂ ਇਹ ਬੁੱਕ ਕੋਈ ਨਹੀਂ ਪੜ੍ਹਦਾ ਸੀ, ਅਗਲਾ ਯਾਰ ਇਹ ਪਤਾ ਨਹੀਂ ਕੀ ਲਿਖਿਆ ਹੈ ਕੀ ਨਹੀਂ, ਹੈ ਨਾ। ਪਰ ਇਹ ਇਸ 'ਚ ਮੇਰੀ ਜ਼ਿੰਦਗੀ ਦੀਆਂ ਬਹੁਤ ਖੂਬਸੂਰਤ ਕਵਿਤਾਵਾਂ ਸੀਗੀਆਂ ਤੇ ਜੋ ਕਿ ਹੁਣ ਜਾ ਕੇ ਵਾਇਰਲ ਹੋ ਰਹੀ 2-3 ਸਾਲਾਂ ਬਾਅਦ। ਤੇ ਹੁਣ ਲੋਕ ਹੁਣ ਮਾਂ ਵਾਲੀ ਕਵਿਤਾ ਵੀ ਉਦੋਂ ਦੀ ਲਿਖੀ ਹੋਈ ਹੈ ਤੇ ਬੁੱਕ 'ਚ ਵੀ ਹੈਗੀ ਹੈ, ਤੇ ਬਾਪੂ ਵਾਲੀ ਕਵਿਤਾ ਸਾਰੀਆਂ ਇਹਦੇ 'ਚ ਹੈ। ਪਰ ਉਹ ਉਦੋਂ ਮੈਨੂੰ ਕੋਈ ਜਾਣਦਾ ਨਹੀਂ ਸੀ ਤੇ ਹੁਣ ਵੀ ਚਲੋ ਮਾਲਕ ਦੀ ਕਿਰਪਾ, ਲੋਕ ਮਾੜਾ ਮੋਟਾ ਜਾਣਦੇ ਸ਼ੁਰੂ ਹੋ ਰਹੇ ਆ, ਮਾੜਾ ਮੋਟਾ ਪਛਾਣ ਰਹੇ। ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਲੋਕ ਮੇਰੇ ਬਾਰੇ ਜਾਣਨਾ ਚਾਹੁੰਦੇ। ਹੁਣ ਬਾਪੂ ਦੀ ਗੱਲ ਹੋਈ ਹੈ ਤੇ ਕਿਉਂ ਨਾ ਪ੍ਰੀਤ ਜੀ ਦੇ ਫਾਦਰ ਸਾਹਿਬ ਨੂੰ ਵੀ ਕਹੀਏ ਕਿ ਸਰ ਤੁਸੀਂ ਵੀ ਬਾਹਰ ਆਓ, ਤੁਹਾਡੇ ਨਾਲ ਵੀ ਚਾਰ ਕੁ ਗੱਲਾਂ ਕਰੀਏ ਪ੍ਰੀਤ ਦੀ ਜ਼ਿੰਦਗੀ ਬਾਰੇ ਤੇ ਜਿਹੜਾ ਜ਼ਿੰਦਗੀ ਦਾ ਤੁਹਾਡਾ ਸਫ਼ਰ ਹੈਗਾ ਆ। ਜਿਸ ਵਕਤ ਪਤਾ ਚੱਲਿਆ ਸੀਗਾ ਕਿ ਆਪਣਾ ਜਵਾਨ ਪੁੱਤ ਹੈਗਾ ਆ ਜਿਹਦੀ ਸਵੇਰੇ ਉੱਠ ਕੇ ਇੱਕ ਅੱਖ 'ਚ ਦਿਖਣਾ ਬੰਦ ਹੋ ਗਿਆ, ਕੀ ਥੌਟਸ ਆਏ ਸੀਗੇ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਡਮ, ਮੈਂ ਸਭ ਤੋਂ ਵੱਡੀ ਗੱਲ ਤਾਂ ਇਹ ਖੁਸ਼ੀ ਕਰਦੇ ਤੁਸੀਂ ਸਾਡੇ ਕੋਲ ਆਏ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਉਸ ਤੋਂ ਉੱਪਰ ਮੈਂ ਇਹ ਗੱਲ ਕਹਿਣਾ, ਮੈਂ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਬਹੁਤ ਦੇਖੇ ਨੇ, ਪਰ ਗੁਰੂ ਸਾਹਿਬ ਦਾ ਲੜ ਨਹੀਂ ਛੱਡਿਆ। ਤੇ ਇੱਕ ਦਿਨ ਸਵੇਰੇ ਉੱਠਿਆ ਤਾਂ ਕਹਿੰਦਾ ਪਾਪਾ ਮੇਰੀ ਪ੍ਰੋਬਲਮ ਆ ਰਹੀ ਨਜ਼ਰ ਬਹੁਤ। ਮੈਂ ਕੀ ਗੱਲ ਹੋਈ ਕਰਦਾ, ਸੁਹਾਣੇ ਗਏ, ਡਾਕਟਰਾਂ ਨੇ ਲਾਰਾ ਲਾਤਾ, ਇੱਥੇ 10 ਦਿਨ ਇਲਾਜ ਚੱਲ ਰਿਹਾ। ਫਿਰ PGI ਗਿਆ, ਤੁਹਾਡੇ ਵਰਗੇ ਮੈਡਮ ਬੈਠੇ ਸੀ, ਕਹਿੰਦੇ ਵੀ ਕੰਮ ਖਰਾਬ ਹੈ, ਇਹਨੂੰ ਜਲਦੀ ਪ੍ਰਾਈਵੇਟ ਦਿਖਾਓ ਜਾਂ 20 ਦਿਨ ਦੀ ਡੇਟ ਲੈ ਲਓ। ਮੈਂ ਕਿਹਾ ਜੀ ਨਹੀਂ, ਮੈਂ ਬੇਟੇ ਦਾ ਪਰਦੇ ਗਿਰ ਗਏ ਸੀ ਅੱਖ ਦਾ, ਇੱਕ ਸਾਈਡ ਤਾਂ ਬਿਲਕੁਲ ਬਲਰ ਹੋ ਗਈ ਸੀ। ਬਸ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਫਟਾਫਟ ਉੱਥੇ ਗੱਡੀ ਕੀਤੀ, ਘਰ ਨਹੀਂ ਆਇਆ, ਸਿੱਧਾ ਮੇਰੇ ਸਸੁਰਾਲ ਪਟਿਆਲੇ ਲੈ ਗਿਆ। ਡਾਕਟਰ ਖਾਨ ਬੜੇ ਮਸ਼ਹੂਰ ਨੇ, ਉਹਨਾਂ ਨੂੰ ਮੈਂ ਜਾ ਕੇ ਦੱਸਿਆ, ਕਹਿੰਦੇ ਕੋਈ ਨਹੀਂ ਹੋ ਜਾਏਗਾ। ਮੈਂ ਕਿਹਾ ਪੇਮੈਂਟ ਦੀ ਚਿੰਤਾ ਕਰੋ, ਬੱਚੇ ਦੀ ਜਾਨ ਬਚਦੀ, ਰੋਸ਼ਨੀ ਆਉਣੀ ਚਾਹੀਦੀ ਹੈ। ਉਹਨਾਂ ਨੇ 2 ਮਹੀਨੇ ਟ੍ਰੀਟਮੈਂਟ ਟੌਪ ਕੀਤਾ, ਵਾਹਿਗੁਰੂ ਦੀ ਕਿਰਪਾ ਨਾਲ ਰੋਸ਼ਨੀ ਆਉਣੀ ਸ਼ੁਰੂ ਹੋ ਗਈ। ਜੇਕਰ ਉਸ ਟ੍ਰੀਟਮੈਂਟ ਦੀ ਗੱਲ ਕਰਾਂ ਤੇ ਉਸ ਵੇਲੇ ਪੈਸਾ ਕਿੱਥੋਂ ਲੈ ਕੇ ਆਂਦਾ, ਕਿਉਂਕਿ ਨੌਕਰੀ ਦੀ ਝੰਜਟ ਤਾਂ ਉਸ ਵੇਲੇ ਵੀ ਸੀਗਾ, ਚਾਂਪ ਦੀ ਰੇਹੜੀ ਲਾਈ ਸੀਗੀ, ਫਿਰ ਉਸ ਵੇਲੇ ਇੰਨਾ ਪੈਸਾ ਕਿੱਥੋਂ ਕੱਢਿਆ? ਮੈਂ ਤੁਹਾਨੂੰ ਦੱਸ ਰਿਹਾ ਨਾ, ਹੁਣ ਅੱਖਾਂ ਜੰਝੂ ਆ ਜਾਂਦੇ ਨੇ। ਪਰ ਮੇਰੇ ਇਹੋ ਜਿਹੀ ਗੁਰੂ ਸਾਹਿਬ ਦੀ ਕਿਰਪਾ ਸੀਗੀ। ਸਾਡੇ ਜਿਹੜੇ ਆਪਸ 'ਚ ਰਿਸ਼ਤੇਦਾਰ ਨੇ, ਮੇਰੀ ਸਿਸਟਰ ਹੈ, ਮੇਰੇ ਮਾਮਾ ਜੀ ਦੀ ਇੱਕ ਸਿਸਟਰ, ਮੇਰੀ ਭੂਆ ਜੀ ਦੀ ਬੇਟੀ ਬਾਹਰ ਲੰਡਨ ਹੈ, ਉਹਨਾਂ ਨੂੰ ਪਤਾ ਲੱਗਿਆ। ਪੈਸੇ ਦੀ ਮੈਨੂੰ ਕਮੀ ਕੋਈ ਨਹੀਂ ਆਉਂਦੀ, ਕਦੇ ਕਿੱਥੋਂ ਪੈਸਾ ਆ ਰਿਹਾ। ਬੇਟੇ ਦਾ ਟ੍ਰੀਟਮੈਂਟ ਬਹੁਤ ਟੌਪ ਹੋਇਆ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਸੀ। ਉਸੇ ਦਿਨ ਜੋ ਬੇਟਾ ਸੈੱਟ ਹੋ ਗਿਆ, ਕਹਿੰਦਾ ਪਾਪਾ ਮੈਨੂੰ ਹੁਣ ਦਿਖ ਰਿਹਾ ਥੋੜ੍ਹਾ ਬਹੁਤਾ। ਅਸੀਂ ਦਰਬਾਰ ਸਾਹਿਬ ਗਏ, ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ, ਉੱਥੋਂ ਆ ਕੇ ਆਪਣਾ ਫਿਰ ਘਰੇ ਆਰਾਮ ਚੱਲਦਾ ਰਿਹਾ। ਮੈਂ ਚਾਪ ਦਾ ਕੰਮ ਵਧਾਉਂਦਾ ਗਿਆ। ਫਿਰ ਛੱਤ ਛੁੱਤ ਪਾਈ, ਬਾਬਾ ਜੀ ਦੀ ਕਿਰਪਾ ਨਾਲ ਕਦੀ 3 ਪਲੇਟਾਂ ਵਿਕਦੀਆਂ, 2 ਹੁਣ 25-30 40 ਪਲੇਟਾਂ ਵਿਕਦੀਆਂ ਨੇ। ਨਵੇਂ ਫਲੇਵਰ, ਕਦੀ ਮਲਾਈ ਚਾਪ, ਕਦੀ ਮਸਾਲਾ, ਕਦੀ ਤੰਦੂਰੀ, ਰੋਜ਼ ਹੀ ਨਵੇਂ ਫਲੇਵਰ ਲਿਖ ਕੇ ਲਾਉਂਦੇ। ਕਸਟਮਰ ਸਾਨੂੰ ਫੁੱਲ ਸਹਿਯੋਗ ਦੇ ਰਿਹਾ, ਸਾਨੂੰ ਨਹੀਂ ਪਤਾ ਕਸਟਮਰ ਕਿੱਥੋਂ ਆ ਰਿਹਾ। ਅਸੀਂ ਆਪਣੀ ਕਿਰਤ ਕਰ ਰਹੇ ਹਾਂ, ਪਰ ਗੁਰੂ ਦਾ ਲੜ ਨਹੀਂ ਛੱਡ ਰਹੇ। ਸਵੇਰੇ ਮੈਂ 4 ਵਜੇ ਗੁਰੂ ਸਾਹਿਬ ਨੂੰ ਅਰਦਾਸ ਕਰਦਾ ਜਾ ਕੇ, ਸੱਚੇ ਪਾਤਸ਼ਾਹ ਜੇ ਚੰਗਾ ਨਹੀਂ ਕਰਨਾ, ਮਾੜਾ ਨਾ ਕਰਾਣਾ, ਸਭ ਨੂੰ ਦਿਓ। ਸਰਦਾਰ ਜੀ, ਤੁਸੀਂ ਗੁਰਸਿੱਖ ਹੋ, ਤੁਹਾਡਾ ਜਿਹੜਾ ਬਣੀ ਹੋਈ ਤੁਹਾਡੀ ਚਾਂਪ ਹੈਗੀ ਹੈ, ਉਹ ਮੰਦਿਰਾਂ 'ਚ ਵੀ ਜਾਂਦੀ ਹੈ, ਉਹ ਗੁਰਦੁਆਰਿਆਂ 'ਚ ਵੀ ਜਾਂਦੀ ਹੈ, ਲੰਗਰ 'ਚ ਵੱਟਦੀ ਹੈ। ਕਿਹੋ ਜਿਹਾ ਲੱਗਦਾ ਆ ਕਿ ਹਰ ਪਾਸਿਓਂ ਜਿਸ ਵਕਤ ਪੂਰੀ ਸ਼ਰਧਾ ਨਾਲ ਤੁਹਾਡੇ ਤੱਕ ਆਰਡਰ ਪਹੁੰਚਦੇ ਨੇ? ਦੇਖੋ ਜੀ, ਮੈਂ ਹੁਣ ਕਹਿ ਨਹੀਂ ਸਕਦਾ, ਆਪਣੇ ਮੂੰਹ ਨਾਲ ਵਡਿਆਈ ਨਹੀਂ ਕਰਦੀ ਜੀ ਮੈਡਮ। ਮੈਂ ਇੰਨਾ ਸੋਚਦਾ ਵੀ ਸਾਨੂੰ ਸ਼ਾਮ ਨੂੰ ਜਦੋਂ 6:30-7 ਵਜੇ ਨੇ ਫੋਨ ਆ ਜਾਂਦਾ ਜੀ, ਭਾਈ ਮੈਂ ਸਾਡੀ ਚਾਂਪ ਰੱਖ ਲਿਓ, ਅਸੀਂ ਆ ਰਹੇ ਹਾਂ। ਆਪੇ ਕਲੈਕਟ ਕਰਕੇ ਲੈ ਜਾਂਦੇ ਨੇ, ਭਾਈ ਤਿਆਰ ਕਰ ਦਿਓ ਜੋ ਵੀ ਹੈ। ਮੈਂ ਕਿਹਾ ਭਾਈ ਅਸੀਂ ਦੂਜੀ ਵਿਕ ਗਈ, ਕਹਿੰਦੇ ਨਹੀਂ ਕੋਈ ਹੋਵੇ, ਥੋੜੀ ਚਾਂਪ ਖਾਣੀ, ਬੱਚਿਆਂ ਨੇ ਰੋਟੀ ਨਹੀਂ ਖਾਣੀ, ਚਾਂਪ ਦਿਓ। ਗੁਰਦੁਆਰੇ ਫੰਕਸ਼ਨ ਹੁੰਦਾ, ਕੋਈ ਗੁਰੂ ਗੋਬਿੰਦ ਸਿੰਘ ਗੁਰਪੁਰਬ, ਹੁਣ ਸ਼ਹੀਦੀ ਗੁਰਪੁਰਬ ਆਇਆ, ਸਾਨੂੰ ਪਤਾ ਚਾਂਪ ਕਿੱਥੋਂ ਜਾ ਰਹੀ ਹੈ, ਕਿੱਥੋਂ ਆ ਰਹੀ ਹੈ। ਲੋਕਾਂ ਨੂੰ ਉਂਗਲਾਂ ਚਟਵਾ ਰਹੀਆਂ, ਕੋਲ ਖੜ ਕੇ ਮੈਂ ਬਣਵਾਉਣਾ। ਮਹਾਰਾਜ ਇੰਨੀ ਕਿਰਪਾ ਹੈ, ਸਾਨੂੰ ਕੁਛ ਨਹੀਂ ਪਤਾ।
ਅਸੀਂ ਇੱਥੇ ਵੀ ਆਉਂਦੇ ਹਾਂ, ਸਾਨੂੰ ਗਾਹਕ ਆ ਕੇ ਟੇਬਲ ਤੇ ਬਹਿ ਜਾਂਦਾ, ਭਾਜੀ ਚਾਹ ਭੇਜੋ। ਕੋਈ ਸਾਨੂੰ ਨਾ ਬਾਰਗੇਨਿੰਗ, ਕਿਸੇ ਦੀ ਕੋਈ ਕੁਆਲਿਟੀ, ਆਪੇ ਮਹਾਰਾਜ ਅੰਮ੍ਰਿਤ ਪਾਇਆ ਹੋਇਆ, ਸਾਰਾ ਕੰਮ ਰੈਡੀ ਟੂ ਚੱਲ ਰਿਹਾ। ਇਹ ਵੀ ਕੰਧੇ ਨਾਲ ਕੰਧਾ ਲਾ ਖੜਦਾ ਬੇਟਾ, ਟਾਈਮਿੰਗ ਕਰਕੇ ਆਪਣੀ ਬੁੱਕਸ ਵੀ ਲਿਖ ਰਿਹਾ ਹੈ ਤੇ ਨਾਲ ਮੇਰੇ ਨਾਲ ਵੀ ਕੰਮ ਕਰਵਾ ਰਿਹਾ। ਸਵਾਦ ਤਾਂ ਮੈਂ ਵੀ ਦੇਖ ਲਿਆ, ਸਵਾਦ ਤਾਂ ਬਹੁਤ ਚੰਗਾ ਹੈ ਤੁਹਾਡੀ ਚਾਪ ਦਾ। ਤੇ ਸਿਲਸਿਲਾ ਕਿਹੋ ਜਿਹਾ ਰਿਹਾ? ਸ਼ੁਰੂਆਤ ਇੱਕ ਰੇਹੜੀ ਤੋਂ ਕੀਤੀ ਸੀਗੀ, ਅੱਜ ਇੰਨੀ ਵੱਡੀ ਤੁਹਾਡੀ ਇੱਥੇ ਸਟਾਲ ਹੋ ਗਿਆ ਆ, ਅੰਦਰ ਬਹਿਣ ਦੀ ਥਾਂ ਵੀ ਹੋ ਗਈ ਹੈ, ਇਹ ਸਾਰਾ ਸਫ਼ਰ ਕਿਹੋ ਜਿਹਾ ਰਿਹਾ? ਦੇਖੋ ਜੀ ਮੈਡਮ ਕਹਿੰਦੇ ਨਾ, ਜੇ ਬੰਦਾ ਆਪ ਅੱਛਾ ਨਾ ਤੇ ਜਗ ਚੰਗਾ ਹੈ। ਸਭ ਤੋਂ ਵੱਡੀ ਇਹ ਕਹਿੰਦੇ ਮਿਹਨਤ ਰੰਗ ਲਾਉਂਦੀ ਹੈ। ਨੀਵੇਂ ਫਲਾਂ ਦੇ ਰੁੱਖ ਹੁੰਦਾ, ਰੁੱਖ ਦੇ ਉੱਤੇ ਫਲ ਜਿਹੜਾ ਲੱਗਦਾ ਨਾ, ਕਹਿੰਦੇ ਫਲ ਨੀਵੇਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੀ। ਅਸੀਂ ਗੁਰੂ ਸਾਹਿਬ ਦੇ ਆਸਰਾ ਲਿਆ ਹੈ ਤੇ ਓਟ ਆਸਰੇ 'ਤੇ ਚੱਲ ਰਹੇ ਹਾਂ। ਉਹਨੂੰ ਸਵੇਰੇ ਉੱਠ ਕੇ ਝੋਲੀ ਲੜਦੇ, ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਮੰਗੋ ਤੇ ਆਪਣਾ ਹੋਣਾ ਹੈ। ਮੈਂ ਇੰਨਾ ਕੌਨਫੀਡੈਂਸ ਰੱਖਿਆ, ਪੱਥਰ 'ਚ ਭਗਵਾਨ ਧੰਨੇ ਜੱਟ ਨੇ ਪਾਇਆ ਸੀ ਤੇ ਅਸੀਂ ਗੁਰੂ ਸਾਹਿਬ ਨੂੰ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਸਭ ਨੂੰ ਦੋ ਰੱਜ ਬੁੱਝ ਕੇ। ਸਾਨੂੰ ਨਹੀਂ ਪਤਾ ਕਿੱਥੋਂ ਗਾਹਕ ਆ ਰਿਹਾ, ਕਿੱਥੋਂ ਆਰਡਰ ਆ ਰਹੇ ਨੇ। ਸਾਨੂੰ ਵਾਹ ਜੀ ਵਾਹ ਤੋਂ ਕਸਟਮਰ ਮੁੜ ਕੇ ਇੱਥੇ ਆ ਕੇ ਚਾਪ ਖਾ ਕੇ ਕਹਿੰਦੇ ਭਾਈ ਮਜ਼ਾ ਆ ਗਿਆ। ਹਾਲਾਂਕਿ ਉੱਥੇ 300 ਰੁਪਏ ਪਲੇਟ ਹੈ, ਮੇਰੀ 120 ਰੁਪਏ ਪਲੇਟ ਹੈ। ਸਾਰੀ ਕਿਰਪਾ ਮਹਾਰਾਜ ਦੀ ਪੂਰੀ ਹੈ ਤੇ ਤੁਹਾਡੇ ਭੈਣ ਭਰਾ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਬਸ ਮੈਂ ਇਹੀ ਕਰਦਾ ਸੱਚੇ ਪਾਤਸ਼ਾਹ, ਹੁਣ ਬੇਟਾ ਇਸ ਲਾਈਨ 'ਚ ਲੱਗਿਆ ਤੇ ਮਹਾਰਾਜ ਤੁਹਾਡੇ ਕਿਰਪਾ ਨਾਲ ਕੰਮ ਚੱਲਦਾ ਰਹੇ ਤੇ ਕਸਟਮਰ ਆਉਂਦੇ, ਅਸੀਂ ਲੋਕਾਂ ਨੂੰ ਚਾਪਾ ਖਵਾਈ ਜਾਈਏ। ਤੇ ਜੇਕਰ ਬਾਪੂ ਜੀ ਨਾਲ ਗੱਲ ਕੀਤੀ ਹੈ ਤੇ ਇੱਕ ਕਵਿਤਾ ਤਾਂ ਪਾਪਾ ਦੇ ਨਾਮ ਦੀ ਵੀ ਲਿਖੀ ਗਈ ਹੈ, ਪਿਓ ਦੇ ਉੱਤੇ ਵੀ ਕਵਿਤਾ ਲਿਖੀ ਗਈ ਹੈ। ਦਰਸ਼ਕਾਂ ਨੂੰ ਹੁਣ ਉਹ ਵੀ ਸੁਣਾਈ ਦਿੱਤੀ ਜਾਵੇ ਕਵਿਤਾ। ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲੀ ਕਵਿਤਾ ਮਾਂ ਤੇ ਦੂਸਰੀ ਬਾਪੂ ਤੇ ਤੀਸਰੀ ਰੱਬ ਤੇ ਹੈ। ਤੇ ਮੈਂ ਇਹਨਾਂ ਲਈ ਕੁਝ ਕਹਿ ਨਹੀਂ ਸਕਦਾ। ਹਰੇਕ ਬਸ ਇੱਦਾਂ ਮੈਂ ਕਹਿੰਦਾ ਹੁੰਦਾ ਕਿ ਉਹਦੇ ਪੈਰਾਂ 'ਚ ਜੰਨਤ ਦੇਖੀ, ਉਹਦੇ ਪੈਰਾਂ 'ਚ ਹੀ ਜਹਾਨ ਹੈ ਜੀ। ਉਹ ਮੇਰਾ ਮੁਰਸ਼ਦ ਪੀਰ ਹੈ ਜੀ, ਉਹ ਮੇਰਾ ਦੋਸਤ ਵੀ ਹੈ, ਮੇਰਾ ਯਾਰ ਹੈ ਜੀ। ਇਹਨੂੰ ਦੇਵਾਂ ਹਰ ਖੁਸ਼ੀ, ਇਹ ਖੁਆਬ ਮੇਰੇ ਦਿਲ ਦਾ। ਕਰਮਾਂ ਵਾਲੇ ਨੂੰ ਬਾਪੂ ਦਾ ਪਿਆਰ ਮਿਲਦਾ, ਪ੍ਰੀਤ ਸਿਮਰ ਨਾ ਇਹ ਬਾਜ਼ਾਰ ਮਿਲਦਾ। ਕਰਮਾਂ ਵਾਲੇ ਨੂੰ ਬਾਪੂ ਦਾ ਪਿਆਰ ਮਿਲਦਾ, ਕਰਮਾਂ ਵਾਲੇ ਨੂੰ ਬਾਪੂ ਦਾ ਪਿਆਰ ਮਿਲਦਾ। ਕਿਆ ਬਾਤ ਹੈ, ਕਿਆ ਬਾਤ ਹੈ। ਪ੍ਰੀਤ, ਜੇਕਰ ਤੁਹਾਡੀ ਲਿਖੀ ਹੋਈ ਕਵਿਤਾਵਾਂ ਦੀ ਗੱਲ ਕਰਾਂ, ਤੁਸੀਂ ਬਹੁਤ ਕੁਝ ਲਿਖਿਆ, 3 ਕਿਤਾਬਾਂ ਲਿਖਤੀਆਂ। ਕੀ ਤੁਹਾਨੂੰ ਕੁਝ ਸਿੰਗਰਾਂ ਨੇ ਵੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਕਿ ਸਾਨੂੰ ਆਪਣੇ ਲਿਰਿਕਸ ਦੇ ਦਿਓ, ਅਸੀਂ ਗਾਣਾ ਚਾਹੁੰਦੇ ਹਾਂ? ਦੇਖੋ ਮੈਂ ਨਾ ਤੁਹਾਨੂੰ ਦੱਸਾਂ ਕਿ ਲਿਖ ਕਾਫੀ ਚਿਰ ਤੋਂ ਰਿਹਾ ਕਿ ਕੈਪਚਰ 'ਚ ਨਹੀਂ ਆਇਆ ਕਦੇ, ਨਾ ਹੀ ਮੈਂ ਕਿਸੇ ਨੂੰ ਮਤਲਬ ਕਿ ਮੈਂ ਦੱਸਿਆ। ਮੈਨੂੰ ਇੱਦਾਂ ਮੈਂ ਸ਼ੋਅ ਆਫ ਕਰਨ ਦਾ ਕਦੇ ਵੀ ਗੁਮਾਨ ਮੈਂ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਪਹਿਲਾਂ ਵੀ ਮੈਂ ਲਿਖਿਆ ਸੀਗਾ ਬਹੁਤ ਕੁਝ। ਮੇਰੀ ਖਾਸ ਲਾਈਨ ਹੈ ਕਿ ਲੱਖ ਹੋ ਜਾਵੀਂ ਮਸ਼ਹੂਰ ਰਹੀ, ਪੈਰਾਂ ਦੀ ਤੂੰ ਧੂੜ ਨੀ ਗਰੂਰ ਹੋਣਾ ਚਾਹੀਦਾ। ਆ ਦੁਨੀਆ ਨੂੰ ਛੱਡ ਬੰਦਾ ਰੱਬ ਦੀ ਨਿਗਾਹ 'ਚ ਬੇਕਸੂਰ ਹੋਣਾ ਚਾਹੀਦਾ। ਆ ਦੁਨੀਆ ਨੂੰ ਛੱਡ ਬੰਦਾ ਰੱਬ ਦੀ ਨਿਗਾਹ 'ਚ ਬੇਕਸੂਰ ਹੋਣਾ ਚਾਹੀਦਾ। ਇਹ ਤਾਂ ਬਸ ਤੇਰੇ ਨੇ ਭੁਲੇਖੇ ਕਿ ਰੱਬ ਨਾ ਕਿਸੇ ਨੂੰ ਕਦੇ ਦੇਖੇ। ਉੱਥੇ ਕੱਲਾ ਕੱਲਾ ਵਰਕਾ ਖੁੱਲਣਾ ਜਦੋਂ ਫੋਲੇ ਦਰਵੇਸ਼ ਨੇ ਉਹ ਲੇਖੇ। ਜਦੋਂ ਉਹਨੇ ਅੱਖਾਂ 'ਚ ਅੱਖਾਂ ਪਾਈਆਂ, ਨਹੀਂ ਦੌਲਤਾਂ ਦਾ ਨੂਰ ਹੋਣਾ ਚਾਹੀਦਾ। ਆ ਦੁਨੀਆ ਨੂੰ ਛੱਡ ਬੰਦਾ ਰੱਬ ਦੀ ਨਿਗਾਹ 'ਚ ਬੇਕਸੂਰ ਹੋਣਾ ਚਾਹੀਦਾ। ਇਸ ਬਹੁਤ ਖੂਬਸੂਰਤ ਪੈਰਾ ਹੈ। ਲੋਕ ਅੱਜ ਕੱਲ੍ਹ ਪਲੈਨਿੰਗਾਂ ਕਰਕੇ ਬੈਠਦੇ ਐਡਵਾਂਸ, ਅਸੀਂ ਅਗਲੇ ਸਾਲ ਇਹ ਕਰਨਾ, ਅਗਲੇ ਸਾਲ, ਪਰ ਮੌਤ ਦਾ ਕੋਈ ਭਰੋਸਾ ਨਹੀਂ। ਮੈਂ ਕਿਹਾ ਕਿ ਮਾੜਾ ਟਾਈਮ ਸੱਚੀ ਖੌਰੇ ਕਦੋਂ ਆ ਜਾਵੇ, ਉਸ ਦੇਸ਼ ਤੋਂ ਸੁਨੇਹਾ ਕਦੋਂ ਆ ਜਾਵੇ। ਤੂੰ ਤਾਂ ਲੰਮੀਆਂ ਪਲੈਨਿੰਗਾਂ ਸੋਚੀ ਬੈਠਾ ਹੈ, ਖੌਰੇ ਮੌਤ ਕਦੋਂ ਬੂਹਾ ਖੜਕਾ ਜਾਵੇ। ਕੀ ਲੈ ਜਾਣਾ ਏ ਦੱਸ ਇਸ ਜੱਗ ਤੋਂ, ਨੀ ਫੋਕਾ ਜਾਂ ਫਤੂਰ ਹੋਣਾ ਚਾਹੀਦਾ। ਆ ਦੁਨੀਆ ਨੂੰ ਛੱਡ ਬੰਦਾ ਰੱਬ ਦੀ ਨਿਗਾਹ 'ਚ ਬੇਕਸੂਰ ਹੋਣਾ ਚਾਹੀਦਾ। ਜੇ ਤੁਸੀਂ ਰੱਬ ਦੀ ਨਿਗਾਹ 'ਚ ਬੇਕਸੂਰ ਹੋ, ਮੈਂ ਤੁਹਾਨੂੰ ਦੱਸ ਰਿਹਾ ਕਿ ਜੇ ਮੈਂ ਰੱਬ ਨੂੰ ਪਤਾ ਮੈਂ ਲਿਖਦਾ, ਮੇਰੇ ਲਈ ਇੰਨਾ ਕਾਫੀ ਹੈ। ਲੋਕਾਂ ਨੂੰ ਹੁਣ ਪਤਾ ਲੱਗੇ ਬਾਅਦ 'ਚ ਲੱਗੇ, ਉਹ ਜ਼ਰੂਰ ਪਤਾ ਕਰਾਊਗਾ। ਬਹੁਤ ਵਧੀਆ। ਮੈਂ ਪ੍ਰੀਤ ਤੁਹਾਡੀ ਗਾਇਕੀ ਸੁਣ ਰਹੀ ਹਾਂ, ਸਰਤਾਜ ਦੀ ਝਲਕ ਉਹ ਬਿਲਕੁਲ ਨਜ਼ਰ ਆਉਂਦੀ ਹੈ। ਤੇ ਫਾਦਰ ਸਾਹਿਬ ਨੇ ਵੀ ਦੱਸਿਆ ਕਿ ਸਰਤਾਜ ਨਾਲ ਮਿਲ ਕੇ ਉਸ ਤੋਂ ਬਾਅਦ ਤੁਸੀਂ ਸਰਤਾਜ ਦੇ ਹੋ ਗਏ ਫੈਨ। ਤੇ ਉਹ ਸਾਰਾ ਕਿਸ ਤਰੀਕੇ ਦਾ ਉਹ ਸਿਲਸਿਲਾ ਰਿਹਾ? ਮਿਲਣ ਤੋਂ ਬਾਅਦ ਕੀ ਚੀਜ਼ ਹੈਗੀ ਹੈ ਜਿਹੜੀ ਸਰਤਾਜ ਦੀ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਕੇ ਚੱਲਦੇ ਹੋ? ਦੇਖੋ ਜੀ, ਮੈਂ ਸ਼ੁਰੂ ਤੋਂ ਵੱਡੇ ਫਨਕਾਰਾਂ ਦੀਆਂ ਇੰਟਰਵਿਊਜ਼ ਵੀ ਸੁਣੀਆਂ। ਉਸ 'ਚ ਇੱਕੋ ਹੀ ਗੱਲ ਹੁੰਦੀ ਹੈ ਕਿ ਚੰਗਾ ਤੁਸੀਂ ਕਨਸੈਪਟ ਫੜੋਗੇ ਤੇ ਕਾਮਯਾਬ ਹੋ ਜਾਓਗੇ। ਚੰਗੀ ਚੀਜ਼ ਨੂੰ ਫੜ ਕੇ ਚੱਲੋ। ਤੇ ਮੈਂ ਬਹੁਤ ਹੀ ਵਡਭਾਗਾ ਕਿ ਮੈਂ ਸਤਿੰਦਰ ਸਰਤਾਜ ਨੂੰ 2012 'ਚ ਹੀ ਸੁਣ ਲਿਆ ਸੀ। ਤੇ ਮੈਨੂੰ ਉਦੋਂ ਹੀ ਉਹਨਾਂ ਦਾ ਜੋ ਲਿਬਾਸ ਹੈ ਤੇ ਉਹਨਾਂ ਦੀ ਪੋਇਟਰੀ ਹੈ, ਉੱਥੋਂ ਲਿਟਰੇਚਰ ਦਾ ਸ਼ੌਂਕ ਪੈ ਗਿਆ, ਕਿਤਾਬਾਂ ਪੜ੍ਹਨ ਦਾ ਸ਼ੌਂਕ ਪੈ ਗਿਆ, ਗਜ਼ਲਾਂ ਗੀਤਾਂ ਦਾ ਸ਼ੌਂਕ ਪੈ ਗਿਆ। ਤੇ ਉਹ ਸਾਰਾ ਸ਼ੌਂਕ ਜਦੋਂ ਪੈਦਾ ਹੋਇਆ ਤੇ ਤੁਹਾਨੂੰ ਪਤਾ ਹੈ ਕਿ ਸੋਬਤ ਨੇਕ ਦੀ ਨੇਕ ਬਣਾ ਦਿੰਦੀ। ਤੇ ਉਹ ਕੁਝ ਨਾ ਕੁਝ ਸ਼ਾਇਦ
ਉਸ ਚੋਂ 0.15% ਵੀ ਮੈਂ ਕਹਿੰਦਾ ਨਹੀਂ ਕਿ ਮੇਰੇ 'ਚ ਹੈਗਾ, ਤੇ ਮੈਂ ਤਾਂ ਉਹਨਾਂ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਹੈ, ਪਰ ਕੋਸ਼ਿਸ਼ ਕਰਦੇ ਹਾਂ ਕਿ ਕੁਝ ਚੰਗਾ ਪੰਜਾਬ ਨੂੰ ਦੇ ਸਕੀਏ। ਜੇਕਰ ਸਰਤਾਜ ਵਾਸਤੇ 2 ਲਾਈਨਾਂ ਗਾਣੀਆਂ ਹੋਣ ਤੇ ਕਿਹੜੀਆਂ ਲਾਈਨਾਂ ਸਰਤਾਜ ਵਾਸਤੇ ਗਾਈਆਂ ਜਾਣਗੀਆਂ? ਅੱਜ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਬਹੁਤ ਵੱਡੀ ਗੱਲ ਸ਼ੇਅਰ ਕਰ ਰਿਹਾ। ਮੇਰੀ ਇੱਕ ਪੋਇਟਰੀ ਸਰਤਾਜ ਸਾਹਿਬ ਨੇ ਸਟੇਜ ਤੇ ਗਾਈ ਹੋਈ ਹੈ, ਬੋਲੀ ਹੋਈ ਹੈ ਲਾਈਵ ਸ਼ੋਅ ਦੇ ਦੌਰਾਨ। ਉਹ ਵੀਡੀਓ ਕਲਿੱਪ ਵੀ ਮੇਰੀ ਇੰਸਟਾ ਆਈਡੀ ਤੇ ਪਈ ਹੈ, ਤੇ ਉਹਨਾਂ ਦੇ ਘਰੇ ਤਸਵੀਰ ਵੀ ਲੱਗੀ ਹੋਈ ਹੈ। ਮੈਂ ਉਹਨਾਂ ਨੂੰ ਬਕਾਇਦਾ ਲਿਖਤੀ ਰੂਪ 'ਚ ਵੀ ਪੋਇਟਰੀ ਦਿੱਤੀ ਸੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਕੋਈ ਰੀਸ ਕਰੇ ਮੈਂ ਗਾ ਕੇ ਸੁਣਾਉਣਾ ਤੁਹਾਨੂੰ। ਕੋਈ ਰੀਸ ਕਰੇ ਪੱਗ ਦੀ ਤੇ ਕੋਈ ਬਾਹਾਂ ਤੇ ਨਾ ਲਿਖਵਾਵੇ, ਕੋਈ ਰਾਂਝਾ ਬਣ ਕੇ ਜੀ ਹਾਏ ਗੇੜੀ ਪੀਊ ਦੀ ਲਾਵੇ। ਉਹ ਉਸਤਾਦ ਬਣਾ ਲਿਆ ਏ ਉਸ ਦੀ ਹਰ ਅਦਾ ਤੇ ਮਰਦੇ, ਅਸੀਂ ਫੈਨ ਸਤਿੰਦਰ ਦੇ ਜੀ ਖੁਦ ਨੂੰ ਉਹਦੇ ਵਰਗਾ ਕਰਦੇ। ਉਹ ਉਸਤਾਦ ਬਣਾ ਲਿਆ ਏ ਤੇ ਉਸ ਦੀ ਹਰ ਅਦਾ ਤੇ ਮਰਦੇ, ਸਿਮਰ ਕਰੇ ਹਜ਼ਾਰ ਸਜਦੇ ਜਿਸਨੇ ਐਸਾ ਪੁੱਤ ਹੈ ਜਾਇਆ। ਮਾਂ ਦੀਆਂ ਦੁਆਵਾਂ ਨੇ ਇਸ ਨੂੰ ਸਰਤਾਜ ਬਣਾਇਆ। ਆਖਰ ਮਿਹਨਤ ਦਾ ਮੁੱਲ ਪੈਂਦਾ ਏ ਦੇ ਗੀਤ ਗਵਾਈਆਂ ਭਰਦੇ, ਅਸੀਂ ਫੈਨ ਸਤਿੰਦਰ ਦੇ ਜੀ ਖੁਦ ਨੂੰ ਉਹਦੇ ਵਰਗਾ ਕਰਦੇ। ਕਿਆ ਬਾਤ ਹੈ। ਫੈਨ ਤਾਂ ਇਹੀ ਹੈ ਜਿਹੜੇ ਜਿਸ ਦੇ ਫੈਨ ਨੇ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰਨ, ਉਹਦੀ ਅੱਛਾਈਆਂ ਨੂੰ ਆਪਣੇ ਆਪ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ। ਜੇਕਰ ਇਸੇ ਤਰੀਕੇ ਨਾਲ ਗੱਲ ਕਰਾਂ ਮੈਂ, ਤੁਸੀਂ ਗਾ ਵੀ ਚੰਗਾ ਲੈਂਦੇ ਹੋ, ਤੁਸੀਂ ਲਿਖਦੇ ਵੀ ਹੋ, ਕਦੀ ਸੋਚਿਆ ਨਹੀਂ ਕਿ ਜਿਹੜੀ ਆਪਣੀ ਲਿਖੀਆਂ ਹੋਈਆਂ ਸਤਰਾਂ ਨੇ ਉਹਨਾਂ ਨੂੰ ਖੁਦ ਗੀਤਾਂ 'ਚ ਪਿਰੋਇਆ ਜਾਵੇ? ਮੈਂ ਇਹ ਗੱਲ ਜੀ ਜਦੋਂ ਕਿਤਾਬ ਰਿਲੀਜ਼ ਕਰਨੀ ਸੀ ਉਸ ਤੋਂ ਪਹਿਲਾਂ ਸੋਚੀ ਸੀ। ਮੈਂ ਸੋਚਿਆ ਕੋਈ ਨਾ ਕੋਈ ਇੱਕ ਗਾਣਾ ਰਿਲੀਜ਼ ਕੀਤਾ ਜੇ। ਕੋਈ ਕਿਤਾਬਾਂ, ਉਹ ਮੈਨੂੰ ਕਿਸੇ ਨੇ ਕਿਹਾ ਕਿ ਕਿਤਾਬਾਂ ਘੱਟ ਪੜ੍ਹਦੇ ਆ ਲੋਕ, ਤੂੰ ਗੀਤਾਂ ਵਾਲੀ ਸਾਈਡ ਆ ਜਾ। ਉਹ ਕਿਸੇ ਨੇ ਫੂਕ ਯਾਰਾਂ ਮਿੱਤਰਾਂ ਨੇ ਚੁਕਾ ਦਿੱਤੀ, ਚਲ ਆਪਾਂ ਕੰਪਨੀ 'ਚ ਗਾਣਾ ਦਾ ਪਤਾ ਕਰਦੇ ਹਾਂ ਕਿ ਕੀ ਚਾਰਜਿਸ ਹੈ ਕੀ ਨਹੀਂ। ਅਤੇ ਜੀ ਉੱਥੇ ਜਾ ਕੇ ਕੀ ਹੋਇਆ ਮੇਰੇ ਨਾਲ ਮੈਂ ਤੁਹਾਨੂੰ ਦੱਸਦਾ। ਇਹ ਤੁਹਾਨੂੰ ਇੱਕ 4 ਸਤਰਾਂ 'ਚ ਦੱਸ ਰਿਹਾ ਕੀ ਹੋਇਆ। ਅਤੇ ਵੇਖਣ ਨੂੰ ਕਾਗਜ਼ ਦੇ ਟੁਕੜੇ ਇਹਨਾਂ ਬਾਝੋਂ ਇੱਥੇ ਕੋਈ ਨਹੀਂ ਸਿਆਣਦਾ। ਵੇਖਣ ਨੂੰ ਕਾਗਜ਼ ਦੇ ਟੁਕੜੇ ਇਹਨਾਂ ਬਾਝੋਂ ਇੱਥੇ ਕੋਈ ਨਹੀਂ ਸਿਆਣਦਾ। ਕਹਿੰਦੇ 5 ਲੱਖ ਲੱਗੂ ਗੀਤ ਕੱਢਣਾ, ਮੈਂ ਕਿਹਾ ਬਣੂ ਕੀ ਨਿੱਕੀ ਜਿਹੀ ਜਾਣਦਾ। ਯਾਰ ਕਹਿੰਦੇ ਕਿੰਨਾ ਚਿਰ YouTube ਉੱਤੇ ਚੱਲੇਗਾ, ਦੱਸ TV ਉੱਤੇ ਕਦੋਂ ਤੂੰ ਆਉਣਾ ਏ। ਸਾਡੇ ਨਾਲ ਤੇਰੀ ਪੂਰੀ ਹੈ ਸਪੋਰਟ ਵੀ, ਆ ਗੀਤ ਕਦੋਂ ਤੂੰ ਰਿਕਾਰਡ ਕਰਾਉਣਾ ਏ। ਮੈਂ ਦਿਆਂ ਕੀ ਜਵਾਬ ਦੱਸੋ ਇਹਨਾਂ ਨੂੰ, ਚਿੱਤ ਕਰਦਾ ਏ ਜ਼ਿੰਦਗੀ ਮਕਾਉਣ ਦਾ। ਕਹਿੰਦੇ 5 ਲੱਖ ਲੱਗੂ ਗੀਤ ਕੱਢਣਾ, ਮੈਂ ਕਿਹਾ ਬਣੂ ਕਿ ਨਿੱਕੀ ਜਿਹੀ ਜਾਨ ਦਾ। ਮੈਂ ਕਿਹਾ ਕਿ ਅਸੀਂ ਪਹਿਲਾਂ ਹੀ ਹਾਂ ਡੁੱਬੇ ਹੋਏ ਚਨਾਵਾਂ 'ਚ, ਕਿੰਨਾ ਮੈਨੂੰ ਹੋਰ ਕੋਈ ਡੁਬਾਊਗਾ। ਪਰ ਨਾਨਕ ਤੇ ਪੂਰਾ ਯਕੀਨ ਵੀ, ਛੇਤੀ ਟਾਈਮ ਫੇਰ ਮੇਰਾ ਵੀ ਤਾਂ ਆਊਗਾ। ਛੇਤੀ ਲੱਗ ਜਾਣੇ ਪੋਸਟਰ ਸ਼ਹਿਰਾਂ 'ਚ, ਭਾਵੇਂ ਹਾਲੇ ਮੈਨੂੰ ਕੋਈ ਨਹੀਂ ਸਿਆਣਦਾ। ਕਹਿੰਦੇ 5 ਲੱਖ ਲੱਗੂ ਗੀਤ ਕੱਢਣਾ, ਮੈਂ ਕਿਹਾ ਬਣੂ ਕਿ ਨਿੱਕੀ ਜਿਹੀ ਜਾਨ ਦਾ। ਇਸ ਨਿੱਕੀ ਜਿਹੀ ਜਾਨ ਨੂੰ ਬਹੁਤ ਛੇਤੀ ਲੋਕ ਜਾਣਗੇ। ਤੇ ਅੱਜ ਅਸੀਂ ਸਭ ਤੋਂ ਵੱਡੀ ਜਿਹੜੀ ਦਰਸ਼ਕਾਂ ਵਾਸਤੇ ਖੁਸ਼ਖਬਰੀ ਹੈਗੀ ਉਹ ਇਹ ਹੈਗੀ ਹੈ ਕਿ ਅੱਜ ਪ੍ਰੀਤ ਦੀ ਜਿਹੜੀ ਨਵੀਂ ਕਿਤਾਬ ਹੈ, ਤੀਜੀ ਕਿਤਾਬ ਅੱਜ ਅਸੀਂ ਆਪਣੇ ਪਲੇਟਫਾਰਮ ਤੇ ਰਿਲੀਜ਼ ਕਰਾਂਗੇ। ਉਹ ਕਿਤਾਬ ਕੀ ਹੈ, ਕਿਸ ਬਾਰੇ ਲਿਖੀ ਗਈ ਹੈ, ਇਹ ਜ਼ਰੂਰ ਸਾਨੂੰ ਦੱਸੋ। ਪਹਿਲਾਂ ਤਾਂ ਇਹ ਕਿਤਾਬ ਦਾ ਕਵਰ ਜਿਹੜਾ ਆ, ਕੀ ਨਾਮ ਹੈ, ਉਹ ਸਾਰਾ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ। ਇਹ ਜੀ ਕਾਫੀ ਚਿਰ ਤੋਂ ਇਸ 'ਤੇ ਵਰਕ ਚੱਲ ਰਿਹਾ ਸੀ ਮੇਰਾ, ਘੱਟੋ ਘੱਟ ਸਾਲ 1.5 ਸਾਲ ਹੋ ਚੱਲਾ। ਅਤੇ ਇਹ ਕਿਤਾਬ ਜਿਹੜੀ ਹੈਗੀ ਹੈ ਜੀ, ਇਹ ਕਹਾਣੀਆਂ ਦੀ, ਇਸ ਵਾਰ ਮੈਂ ਕਹਾਣੀਆਂ ਦੇ ਵਿੱਚ ਉਤਰਿਆ, ਕਿਉਂਕਿ ਕਵਿਤਾ ਤਾਂ ਚਲੋ ਚੱਲ ਰਹੀ ਹੈ ਨਾਲ ਨਾਲ। ਕਹਾਣੀਆਂ ਵਿੱਚ ਉਤਰਨ ਦੀ ਵਜ੍ਹਾ ਮੈਂ ਆਪਣੀ ਕਹਾਣੀ ਨੂੰ ਕਿਤਾਬ 'ਚ ਪਾ ਸਕਾਂ। ਇਹਦੇ ਵਿੱਚ ਮੇਰੀ ਕਹਾਣੀ ਹੈ ਜੀ, ਪਹਿਲੀ ਕਹਾਣੀ ਹੈ ਜਿਹੜੀ ਇੱਕ ਅੱਖ ਦਾ ਲਿਖਾਰੀ, ਕਿ ਕਿੱਥੋਂ ਇਹ ਸਫ਼ਰ ਸ਼ੁਰੂ ਹੋਇਆ। ਇਹ ਸਾਰੀ ਕਹਾਣੀ ਦੇ ਵਿੱਚ ਮੇਰਾ ਤੁਸੀਂ ਪੜ੍ਹੋਗੇ ਬਿਆਨ, ਇਹ ਚੰਗੀ ਤਰ੍ਹਾਂ ਹੋ ਸਕਦਾ। ਅਤੇ ਇਹਦੇ ਵਿੱਚ ਪੰਜਾਬ ਦੇ 25 ਰਾਈਟਰ ਹੈਗੇ ਆ ਜੀ, ਮੈਂ ਚੂਜ਼ ਕੀਤੇ ਆ, ਜੋ ਬਹੁਤ ਸੋਹਣੀਆਂ ਕਹਾਣੀਆਂ ਲਿਖਦੇ ਆ। ਅਤੇ ਉਹਨਾਂ ਦੀਆਂ ਕਹਾਣੀਆਂ ਮੈਂ ਉਹਨਾਂ ਦੇ, ਮੇਰੇ ਵਾਂਗ ਕਈ ਲੋਕਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਇੱਕ ਸਿਰਫ ਮਾਈਂਡ ਦੇ ਵਿੱਚ ਰਹਿ ਜਾਂਦੀ ਹੈ, ਦਿਲਾਂ 'ਚ ਬੰਦ ਰਹਿ ਜਾਂਦੀ ਹੈ ਅਤੇ ਧੂੰਆਂ ਬਣ ਕੇ ਅੰਬਰ ਨੂੰ ਉੜ ਜਾਂਦੀਆਂ। ਅਤੇ ਮੈਂ ਸੋਚਿਆ ਕਿ ਉਹਨਾਂ ਨੂੰ ਕਿਤਾਬ ਦੇ ਵਿੱਚ ਤਹਿਜ਼ੀਬ ਦਿੱਤੀ ਜੇ, ਅਤੇ ਇਹ ਬਹੁਤ ਹੀ ਪਿਆਰੀ ਕਿਤਾਬ ਬਣੀ ਹੈ ਜੀ। ਮੇਰੇ ਮਨਪਸੰਦ ਕਿਤਾਬ ਦੇ ਵਿੱਚੋਂ ਇਹ ਹੋ ਗਈ ਹੈ। ਅਤੇ ਇਹਦੇ 'ਚ ਛੋਟੀ ਛੋਟੀ ਕਹਾਣੀਆਂ ਆਪਾਂ ਫੇਸਬੁੱਕ 'ਤੇ ਇੰਸਟਾ 'ਤੇ ਪੜ੍ਹਦੇ ਹਾਂ ਜ਼ਿੰਦਗੀ ਨਾਲ ਰਿਲੇਟਿਡ, ਅਤੇ 50 ਕਹਾਣੀਆਂ ਤੁਹਾਨੂੰ ਪੜ੍ਹਨ ਨੂੰ ਮਿਲਣਗੀਆਂ ਲਗਭਗ, ਅਤੇ 25 ਲੇਖਕਾਂ ਦੇ ਦੁਆਰਾ। ਅਤੇ ਮੈਂ ਸੰਪਾਦਕ ਹਾਂ ਅਤੇ ਮੇਰੀ ਆਪਣੀ ਵੀ ਕਹਾਣੀ ਇਹਦੇ ਵਿੱਚ ਮੌਜੂਦ ਹੈ ਜੀ।
ਇਹ ਜੇਕਰ ਜਿਹੜੇ ਦਰਸ਼ਕਾਂ ਨੇ ਖਰੀਦਣੀ ਹੋਵੇ ਇਹ ਕਿਤਾਬ ਕਿੱਥੇ ਮਿਲ ਸਕਦੀ ਹੈ ਉਹਨਾਂ ਨੂੰ? ਇਹ ਕਿਤਾਬ 2-3 ਪਲੇਟਫਾਰਮ ਤੇ ਮਿਲ ਸਕਦੀ ਹੈ ਜੀ। ਆਨਲਾਈਨ ਕਿਤਾਬ ਘਰ ਇਹ ਹੈਗਾ ਜੀ, ਇੰਸਟਾਗ੍ਰam ਤੇ ਇੱਕ ਚੈਨਲ ਹੈ, ਆਈਡੀ ਹੈ, ਉੱਥੋਂ ਤੁਸੀਂ ਪਰਚੇਜ਼ ਕਰ ਸਕਦੇ ਹੋ। ਮੇਰੀਆਂ ਕੋਈ ਜਿੰਨੀਆਂ ਬੁੱਕਸ ਆ ਉਹਨਾਂ ਕੋਲ ਅਵੇਲੇਬਲ ਹੋਣਗੀਆਂ। ਸਾਡੀ ਇੱਕ ਆਪਣੀ ਵੈਬਸਾਈਟ ਹੈ ਤੇ ਤੁਸੀਂ ਕੋਈ ਵੀ ਫ੍ਰੀ ਦੇ ਵਿੱਚ PDF ਕਿਤਾਬ ਜੇ ਪੜ੍ਹਨਾ ਚਾਹੁੰਦੇ ਹੋ ਤਾਂ ਉਹਦੇ ਲਈ ਪੰਜਾਬੀ ਕਿਤਾਬ.in ਇੱਕ ਵਰਲਡ ਵਾਈਡ ਵੈਬਸਾਈਟ ਮੈਂ ਤਿਆਰ ਕੀਤੀ ਹੈ। ਉਹ ਉਸ ਅੱਖ ਦੀ ਸਰਜਰੀ ਤੋਂ ਬਾਅਦ ਹੀ ਕੀਤੀ ਹੈ ਕਿ ਲੋਕ ਪੰਜਾਬ ਨੂੰ ਮੈਂ ਕਿਤਾਬਾਂ ਨਾਲ ਜੋੜ ਸਕਾਂ। ਤੇ ਉਹ ਜਿਵੇਂ ਕਿ ਵਰਲਡ ਵਾਈਡ ਕੋਈ ਵੀ ਬੰਦਾ ਉੱਥੇ PDF ਖੋਲ੍ਹ ਕੇ ਕਿਤਾਬ ਵਿੱਚੋਂ ਪੜ੍ਹ ਸਕਦਾ। ਤੇ ਤੀਸਰੀ ਮੇਰੀ ਆਪਣੀ ਆਈਡੀ ਤੇ Amazon ਤੇ ਕਿਤਾਬ ਅਵੇਲੇਬਲ ਹੈਗੀ ਹੈ। Amazon ਤੇ 3 ਬੁੱਕਸ ਪਈਆਂ। ਮੇਰੀ ਬਾਇਓਗ੍ਰਾਫੀ ਵੀ, ਮੈਂ ਵੈਰੀਫਾਈਡ ਆਥਰ ਹਾਂ Amazon ਤੇ ਸਾਰਾ ਕੁਝ ਡਿਟੇਲ Amazon ਤੇ ਮਿਲ ਜੇਗੀ। ਜੇਕਰ ਗੱਲ ਕੀਤੀ ਜਾਵੇ ਪ੍ਰੀਤ, ਇਹ ਉਹੀ ਕਿਤਾਬ ਹੈ ਜਿਹੜੀ ਆਲਰੇਡੀ ਪ੍ਰੀ ਬੁਕਿੰਗ ਤੇ ਚੱਲ ਰਹੀ ਸੀਗੀ। ਕਿੰਨੀ ਕੁ ਪ੍ਰੀ ਬੁਕਿੰਗ ਇਹਦੀ ਹੋ ਚੁੱਕੀ ਹੈ ਹਜੇ ਤੱਕ? ਦੇਖੋ ਜੀ, ਅਸੀਂ ਤਾਂ ਇੱਕ ਐਡੀਸ਼ਨ ਕਰਾਇਆ ਸੀਗਾ ਤੇ ਮੈਨੂੰ ਕਾਫੀ ਮੈਸੇजेस ਕਾਲਸ ਇੰਟਰਵਿਊ ਤੋਂ ਬਾਅਦ ਵੀ ਜਿਹੜੀਆਂ ਹੋਈਆਂ ਤੇ ਉਂਝ ਵੀ ਇਹ ਕਹਾਣੀ, ਕਿਉਂਕਿ ਮਾਰਕੀਟ ਦੇ ਵਿੱਚ ਜੀ ਕਹਾਣੀਆਂ ਦੀ ਕਿਤਾਬ ਇਸ ਟਾਈਮ ਕੋਈ ਨਹੀਂ ਹੈ। ਇਹ ਬਹੁਤ ਚਿਰ ਬਾਅਦ ਇਹ ਪਹਿਲੀ ਕਿਤਾਬ ਆਉਣ ਜਾ ਰਹੀ ਹੈ ਜਿਹਦੇ 'ਚ ਮਿੰਨੀ ਕਹਾਣੀਆਂ। ਇਹਨੂੰ ਮਿੰਨੀ ਕਹਾਣੀਆਂ ਕੋਈ ਛਪਾਉਂਦਾ ਨਹੀਂ ਤੇ ਨਾ ਹੀ ਉਹਨੂੰ ਕੋਈ ਤਹਿਜ਼ੀਬ ਦਿੰਦਾ। ਇਹ ਮੇਰਾ ਹੀ ਆਈਡੀਆ ਸੀ ਤੇ ਹਲੇ ਤਾਂ ਇਹਦੀ ਕਾਫੀ ਪ੍ਰੀ ਬੁਕਿੰਗ ਹੋ ਚੱਲੀ ਹੈ। ਮੈਨੂੰ ਲੱਗਦਾ ਇਹਦੇ ਕਾਫੀ ਐਡੀਸ਼ਨਸ ਆਉਣਗੇ ਤੇ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਇਹਦੇ ਕਾਫੀ ਐਡੀਸ਼ਨਸ ਵੀ ਆਉਣਗੇ ਤੇ ਇਦਾਂ ਦੀਆਂ ਹੋਰ ਕਿਤਾਬਾਂ ਵੀ ਆਉਣਗੀਆਂ। ਇੱਕ ਸਵਾਲ ਮੇਰੇ ਦਿਲ 'ਚ ਬਹੁਤ ਚਿਰ ਦਾ ਆ ਪ੍ਰੀਤ ਤੁਹਾਡੇ ਤੋਂ ਪੁੱਛਣ ਦਾ। ਇਸ ਵਕਤ ਪਟਿਆਲਾ ਸ਼ਾਹੀ ਚਾਂਪ ਜਿਹੜਾ ਤੁਹਾਡਾ ਇੱਥੇ ਸਟਾਲ ਹੈਗਾ ਆ, ਕੱਲ ਅਸੀਂ ਉਮੀਦ ਕਰ ਸਕਦੇ ਹਾਂ ਕਿ ਇੱਕ ਪ੍ਰੋਪਰ ਲਗਜ਼ੂਰੀਅਸ ਰੈਸਟੋਰੈਂਟ ਹੋਏਗਾ ਜਿਹਦੇ ਇੱਕ ਸਾਈਡ ਤੇ ਬਹਿ ਕੇ ਪ੍ਰੀਤ ਆਪਣੇ ਲਿਰਿਕਸ ਗਾ ਰਹੇ ਹੋਣਗੇ, ਕਵਿਤਾਵਾਂ ਗਾ ਰਹੇ ਹੋਣਗੇ ਤੇ ਉੱਥੇ ਹੀ ਸਾਹਮਣੇ ਦਰਸ਼ਕ ਬਹਿ ਕੇ ਨਾਲ ਚਾਂਪ ਖਾ ਰਹੇ ਹੋਣਗੇ, ਨਾਲ ਉਹਨਾਂ ਦਾ ਲੁਤਫ ਲੈ ਰਹੇ ਹੋਣਗੇ। ਦੇਖੋ ਜੀ, ਬੰਦੇ ਨੂੰ ਜ਼ਿੰਦਗੀ ਦੇ ਵਿੱਚ ਵੱਡਾ ਸੋਚਣਾ ਚਾਹੀਦਾ, ਸੁਪਨੇ ਵੱਡੇ ਦੇਖਣੇ ਚਾਹੀਦੇ, ਪਰ ਮੈਂ ਇਹ ਕਦੇ ਸੋਚਿਆ ਨਹੀਂ। ਤੁਸੀਂ ਮੈਨੂੰ ਇਹ ਜੋ ਗੱਲ ਦੱਸ, ਕਿਉਂਕਿ ਬੰਦੇ ਨੂੰ ਆਪਣੀ ਚਾਦਰ ਅਨੁਸਾਰ ਪੈਰ ਪਸਾਰਨੇ ਚਾਹੀਦੇ ਹੈ ਨਾ, ਪਰ ਸੁਪਨੇ ਵੱਡੇ ਹੋਣੇ ਚਾਹੀਦੇ ਆ। ਪਰ ਜੇ ਇਦਾਂ ਹੁੰਦਾ ਫਿਰ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ ਨਾ ਕਿ ਇੱਕ ਕੈਫੇ ਹੋਵੇ, ਉੱਥੇ ਮੇਰੀਆਂ ਬੁੱਕਸ ਹੋਣ, ਹੋਰ ਬੁੱਕਸ ਹੋਣ, ਇੱਕ ਬੁੱਕ ਦਾ ਪ੍ਰੋਪਰ ਕੈਫੇ ਹੋਵੇ, ਲੋਕ ਆਉਣ, ਪੰਜਾਬੀ ਨਾਲ ਜੁੜਨ, ਭਾਵੇਂ ਉਹਦਾ ਨਾਮ ਵੀ ਕੋਈ ਪੰਜਾਬ ਦੇ ਉੱਤੇ ਹੋਵੇ ਤੇ ਲੋਕ ਆਉਣ ਤੇ ਕਿਤਾਬਾਂ ਨਾਲ ਜੁੜਨ। ਤੇ ਆਖੀਰ ਵਿੱਚ ਪ੍ਰੀਤ, ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕੀ ਤੁਹਾਡਾ ਮੈਸੇਜ ਆ ਉਹਨਾਂ ਵਾਸਤੇ? ਮੈਂ ਇਹੀ ਕਹਿਣਾ ਚਾਹਾਂਗਾ ਜੀ ਕਿ ਜਿਹੜੇ ਮੇਰੀ ਏਜ ਦੇ ਮੁੰਡੇ ਕੁੜੀਆਂ ਹੈਗੇ ਆ, ਕਈ ਸੋਚਦੇ ਆ ਜੀ ਕਿ ਮਿਹਨਤ ਨਾਲ ਜ਼ਿੰਦਗੀ ਦੇ ਵਿੱਚ ਆਪਾਂ ਸ਼ਰਮ ਕਰਦੇ ਹਾਂ, ਕਿ ਸ਼ਰਮ ਦੇ ਨਾਲ ਸ਼ਾਇਦ ਆਪਾਂ ਇਹ ਸੋਚਦੇ ਆ ਨਾ ਕਿ ਮੈਂ ਇੱਕ ਵਾਰੀ ਲਿਖਿਆ ਸੀ ਕਿ ਦੁਨੀਆ ਦਾ ਸਭ ਤੋਂ ਇਹ ਵੱਡਾ ਰੋਗ ਕੀ ਕਹਿਣਗੇ ਉਹ ਲੋਕ, ਦੱਸੀ ਮੇਰੇ ਬਾਰੇ 100 ਵਿੱਚੋਂ 80% ਲੋਕ ਇਸੇ ਸੋਚ ਵਿੱਚ ਮਰਦੇ ਵਿਚਾਰੇ। ਦੁਨੀਆ ਦਾ ਸਭ ਤੋਂ ਇਹ ਵੱਡਾ ਰੋਗ, ਸਭ ਤੋਂ ਵੱਡਾ ਰੋਗ ਇਹ ਹੈ ਕਿ ਲੋਕ ਕੀ ਕਹਿਣਗੇ। ਲੋਕਾਂ ਦਾ ਕੰਮ ਹੈ ਭੰਡਣਾ, ਉਹਨਾਂ ਨੂੰ ਭੰਡ ਲੈਣ ਦਿਓ। ਤੁਸੀਂ ਆਪਣੀ ਮਿਹਨਤ ਕਰੋ, ਕੋਈ ਵੀ ਕੰਮ ਹੈ ਦਿਲੋਂ ਮਿਹਨਤ ਕਰੋ, ਤੁਸੀਂ ਅੱਗੇ ਆਓਗੇ। ਮੇਰੀ ਕਹਾਣੀ 7-8 ਸਾਲ ਬਾਅਦ ਅੱਗੇ ਆਈ ਹੈ ਤੇ ਇੱਦਾਂ ਮੈਨੂੰ ਹੁਣ ਯਕੀਨ ਹੈ ਕਿ ਜੇ ਤੁਸੀਂ ਇੱਕ ਸਾਰ ਲੱਗੇ ਰਹੋਗੇ, ਤੁਹਾਡੀ ਵੀ ਕੋਈ ਨਾ ਕੋਈ ਕਹਾਣੀ, ਤੁਹਾਡਾ ਸਟਰਗਲ ਕਦੇ ਵੇਸਟ ਨਹੀਂ ਜਾਊਗਾ। ਉਹ ਅੱਗੇ ਆਊਗਾ, ਭਾਵੇਂ ਟਾਈਮ ਲੱਗ ਸਕਦਾ ਤੇ ਅੱਗੇ ਜ਼ਰੂਰ ਆਊਗਾ ਉਹ। ਇਹ ਸੀਗੇ ਪ੍ਰੀਤ ਸਿਮਰ, ਜਿਨ੍ਹਾਂ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਈ, ਜਿਨ੍ਹਾਂ ਦੀ ਸਟਰਗਲ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਈ। ਕਿਤਾਬਾਂ ਲਿਖਦੇ ਨੇ ਤੇ ਮੋਹਾਲੀ ਦੇ ਵਿੱਚ ਚਾਂਪ ਦਾ ਸਟਾਲ ਵੀ ਲਗਾ ਰਹੇ ਨੇ। ਇਹਨਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ, ਕੀ ਮੋਟੀਵੇਸ਼ਨਲ ਸਟੋਰੀ ਹੈਗੀ ਹੈ, ਅਸੀਂ ਸਾਰੀ ਤੁਹਾਨੂੰ ਸੁਣਾਈ ਇਹਨਾਂ ਦੀ ਕਿ ਕਿਸ ਤਰੀਕੇ ਨਾਲ ਕਿਤਾਬਾਂ ਲਿਖ ਰਹੇ ਨੇ, ਆਪਣੇ ਜ਼ਿੰਦਗੀ ਦੇ ਫਲਸਫੇ ਨਾਲ ਲੋਕਾਂ ਨੂੰ ਹੋਰ ਮੋਟੀਵੇਟ ਕਰ ਰਹੇ ਨੇ ਤੇ ਹਮੇਸ਼ਾ ਇਸੇ ਤਰੀਕੇ ਨਾਲ ਕੰਮ ਕਰਦੇ ਰਹਿਣ ਦੀ ਉਮੀਦ ਰੱਖਦੇ ਨੇ ਤੇ ਹੌਸਲਾ ਰੱਖਦੇ ਨੇ। ਜੋ ਮਰਜ਼ੀ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਅ ਆਏ ਹੋਣ, ਆਪਣੇ ਆਪ ਆਪਣੇ ਬੂਤੇ ਤੇ ਉਹਨਾਂ ਨੂੰ ਪਾਰ ਕਰਦੇ ਹੋਏ, ਸਾਰੇ ਪੜਾਵਾਂ ਨੂੰ ਚੰਗੇ ਤਰੀਕੇ ਨਾਲ ਪਾਰ ਕਰਦੇ ਹੋਏ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਤੇ ਅੱਗੇ ਹੋਰ ਉਮੀਦ ਕਰਦੇ ਨੇ ਕਿ ਇਸੇ ਤਰੀਕੇ ਨਾਲ ਮਿਹਨਤ ਕਰਦੇ ਰਹਿਣਗੇ ਤੇ ਅੱਗੇ ਪਹੁੰਚਣਗੇ। ਕੈਮਰਾਮੈਨ ਰਾਜੇਸ਼ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ TV, ਚੰਡੀਗੜ੍ਹ।